ਜਿਹੜੇ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਆ, ਸਰਕਾਰ ਦੀ ਵੀ ਚੱਲ ਰਹੀ ਆ, ਤਾਂ ਕਿਸਾਨ ਲੀਡਰ ਵੀ ਉਹਨਾਂ ਤੇ ਤੌਹਮਤਾਂ ਲਗਾ ਰਹੇ ਨੇ। ਜਿਹਨੇ ਦਿੱਲੀ ਮੁੱਕ ਕੀਤਾ ਸੀ ਕੇਸਰੀ ਝੰਡੇ ਦੇ ਥੱਲੇ, ਉਹ ਝੰਡਾ ਅੱਜ ਇਸ ਦੇਸ਼ ਨੂੰ ਨਫ਼ਰਤ ਲੱਭ ਜਾਂਦੀ ਹੈ ਉਹਦੇ ਨਾਲ। ਦੀਪ ਸਿੱਧੂ ਨੇ ਕੀਤਾ ਕੀ ਹੈ? ਮੋਦੀ ਤੂੰ ਆ ਸੁਣ ਲੈ, ਅਸੀਂ ਇਹ ਝੰਡੇ ਤੋਂ ਪਿੱਛੇ ਕਦੀ ਨਹੀਂ ਹਟਾਂਗੇ। ਜਿਹੜੀ ਸੰਸਥਾ 1925 'ਚ ਜਮਹੂਰੀਅਤ ਪਸੰਦ ਸ਼ੁਰੂ ਕੀਤੀ ਸੀ SGPC, ਉਹਦੇ ਹਜੇ ਤੱਕ 1947 ਤੋਂ ਸਿਰਫ 8 ਚੋਣ ਹੋਏ ਆ। 8 2 ਸਾਲ ਹੋ ਗਏ ਕੋਵਿਡ ਨੂੰ। SGPC ਨੇ ਪਹਿਲੇ ਸਾਲ 'ਚ ਤਾਂ ਚੋਣ ਹੀ ਕੀਤੀ। ਜਦ ਕੀਰਤਨ ਦਰਬਾਰ ਚੱਲਦੇ ਆ, ਹਰੇਕ ਸਿੱਖ ਤਰਸਦਾ ਮੈਂ ਸਵੇਰੇ ਸ਼ਾਮ ਸੁਣਾ। ਉਹ SGPC ਦੇ ਚੈਨਲ ਤੇ ਕਿਉਂ ਨਹੀਂ ਚੱਲਦਾ? ਉਹ ਕੱਲੇ ਤੇ ਕੱਲੇ ਸੁਖਬੀਰ ਦੇ PTC ਤੇ ਕਿਉਂ ਚੱਲਦਾ? ਬਾਣੀ ਵੇਚ ਕੇ ਪੈਸੇ ਕਮਾ ਰਹੇ। ਜਦੋਂ ਸਿੱਖ ਨੌਜਵਾਨੀ ਖਾਲਿਸਤਾਨ ਕਹਿੰਦੀ ਆ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ, ਪਰ ਉੱਥੇ ਹੀ ਮੰਨ ਲਓ ਜੋ RSS ਹੈ, ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ ਤਾਂ ਮੰਨ ਲਓ ਸਰਕਾਰਾਂ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰਾਂ ਵੀ ਉਹਦਾ ਸਾਥ ਦਿੰਦੀਆਂ। ਖਾਲਿਸਤਾਨ ਦਾ ਨਾਰਾ ਲਾਣਾ ਕੋਈ ਜ਼ੁਲਮ ਨਹੀਂ ਹੈਗਾ। ਉਹਦੇ ਬਾਅਦ ਹੁਣ ਸਰਕਾਰ ਤੁਹਾਨੂੰ ਨਹੀਂ ਰੋਕ ਸਕਦੀ। ਉਹਦੀ ਕੋਰਟ ਦੀ ਜਿਹੜੀ ਫਾਈਂਡਿੰਗ ਹੈ ਉਹ ਲਿਆ ਕੇ ਤੁਸੀਂ ਪੁਲਿਸ ਦੇ ਸਾਹਮਣੇ ਰੱਖ ਦਿਓ। ਉਗਰਾਹਾਂ ਹੋਰਾਂ ਨੇ ਵੀ ਬਿਆਨ ਦਿੱਤਾ ਹੈ ਵੀ ਜੇ ਖਾਲਿਸਤਾਨ ਬਣ ਗਿਆ ਤਾਂ ਇਹ ਸਾਡਾ ਹਸ਼ਰ ਕੀ ਕਰਨਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਫਰ TV ਤੇ ਮੈਂ ਹਾਂ ਰਾਜਵੀਰ ਸਿੰਘ। ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ, ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਇਮਾਨ ਸਿੰਘ ਮਾਨ ਹੋਣਾ ਨਾਲ ਗੱਲਬਾਤ ਕਰਾਂਗੇ। ਆਓ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਈ ਜੀ, 2022 ਦੀਆਂ ਚੋਣਾਂ ਨੂੰ ਲੈ ਕੇ ਤੁਸੀਂ ਕੀ ਨਜ਼ਰੀਆ ਰੱਖਦੇ ਹੋ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਫੈਸਲਾ ਲਿੱਤਾ ਹੈ ਕਿ ਮੈਨੂੰ ਇਸ ਹਲਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਿਆ ਜੀ। ਸੋ ਅਸੀਂ ਭਾਵੇਂ ਕੋਵਿਡ ਦੇ ਦਿਨ ਹੈ, ਅਸੀਂ ਹੌਲੀ ਹੌਲੀ ਆਪਣੀਆਂ ਸਰਗਰਮੀਆਂ ਤੇ ਪਹੁੰਚ ਸ਼ੁਰੂ ਕੀਤੀ ਹੋਈ ਹੈ ਜੀ। ਤੇ ਇਹ ਜਿਵੇਂ ਅਸੀਂ ਹਮੇਸ਼ਾ ਲੜੀ ਹੈ ਇਲੈਕਸ਼ਨ ਉਰਿਓਂ ਜੀ, ਉਸੇ ਤਰ੍ਹਾਂ ਇਸ ਵਾਰ ਵੀ ਲੜਾਂਗੇ ਜੀ। ਜੀ, ਆਮ ਲੋਕਾਂ ਦੇ ਵਿੱਚ ਪ੍ਰਚਾਰ ਦਾ ਨਜ਼ਰੀਆ ਜੋ ਗਰਾਊਂਡ ਲੈਵਲ ਤੇ ਜੇ ਦੇਖੀਏ ਤਾਂ ਪਾਰਟੀ ਦਾ ਪ੍ਰਚਾਰ ਬਹੁਤ ਘੱਟ ਆ। ਪਾਰਟੀ ਦਾ ਪ੍ਰਚਾਰ ਘੱਟ ਤਾਂ ਨਹੀਂ ਰਿਹਾ, ਪਰ ਲੋਕਾਂ ਦਾ ਨਜ਼ਰੀਆ ਪਿਛਲੇ ਸਮੇਂ ਤੋਂ ਇਹੀ ਹੁੰਦਾ ਸੀਗਾ ਕਿ ਜਾਂ ਕਾਂਗਰਸ ਪਾਰਟੀ ਨੂੰ ਜਾਂ ਆਪ ਨੂੰ ਜਾਂ ਅਕਾਲੀ ਦਲ ਬਾਦਲ ਨੂੰ ਜੀ ਉਹਨਾਂ ਦਾ ਝੁਕਾਅ ਰਹਿੰਦਾ ਸੀਗਾ ਜੀ, ਜਿਸ ਦੇ ਨਤੀਜੇ ਇਹ ਰਹੇ ਹੈ ਕਿ ਨਾ ਇਨਸਾਫ ਪੰਜਾਬ ਦੇ ਵਿੱਚ ਮਿਲਿਆ। ਉਹੀ ਮਾਫੀਆ ਚਿੱਟਾ ਤੇ ਹੋਰ, ਚਾਹੇ ਕਾਂਗਰਸ ਹੋਏ ਬਾਦਲ ਹੋਏ ਤੇ ਹੁਣ ਆਪੋਜੀਸ਼ਨ 'ਚ ਆਪ ਹੋਣ ਜੀ, ਉਹੀ ਚੱਲਦਾ ਰਿਹਾ। ਜਿਹੜੇ ਜ਼ਿਮੀਂਦਾਰਾਂ ਦੀਆਂ ਔਕੜਾਂ ਉਹ ਅਮਰਿੰਦਰ ਸਿੰਘ ਨੇ ਉਰੇ ਵੀ ਉਹੀ ਬਿੱਲ ਪਾਸ ਕੀਤਾ ਸੀ ਜਿਹੜਾ ਸੈਂਟਰ 'ਚ ਹੁਣ ਲਾਗੂ ਹੋਇਆ ਜੀ। ਔਰ ਹਰੇਕ ਇਹੀ ਟੇਕ ਰੱਖਦਾ ਕਿ ਦਿੱਲੀ ਨੂੰ ਉਹ ਜ਼ਿਆਦਾ ਆਪਣੇ ਉੱਤੇ ਚੜ੍ਹਾ ਕੇ ਰੱਖਦੇ ਆ ਜੀ, ਦਿੱਲੀ ਦੀ ਸੋਚ ਨੂੰ ਮੁੱਖ ਰੱਖਦੇ ਆ ਤੇ ਪੰਜਾਬ ਦੀ, ਪੰਜਾਬੀਆਂ ਦੀ, ਜ਼ਿਮੀਂਦਾਰਾਂ ਦੀ ਤੇ ਕੌਮ ਦੀ ਸੋਚ ਉਹ ਬਿਲਕੁਲ ਹੀ ਛੱਡ ਕੇ ਦਿੱਲੀ ਵੱਲ ਸਮਰਪਿਤ ਹੋ ਜਾਂਦੇ ਆ, ਜਿਸ ਦੇ ਨਤੀਜੇ ਹੈਗੇ ਆ ਕਿ ਆਪਾਂ ਨੂੰ ਅੱਜ ਇਹ ਦਿਨ ਦੇਖਣੇ ਪੈ ਰਹੇ ਆ ਜਿਹਦੇ ਵਿੱਚ ਨਾ ਪੰਜਾਬ ਦੀ ਸਰਕਾਰ ਨੇ ਨਾ ਸੈਂਟਰ ਦੀ ਸਰਕਾਰ ਨੇ ਅੱਜ ਟੀਕਾਕਰਨ ਲਾਗੂ ਕੀਤਾ ਹੋਇਆ, ਜਿਸ ਕਾਰਨ ਮੌਤਾਂ ਬਹੁਤ ਹੋ ਰਹੀਆਂ ਜੀ। ਡਾਕਟਰ ਅਮਰ ਸਿੰਘ ਸਾਡੇ MP ਨੇ ਅੱਜ ਬਿਆਨ ਦਿੱਤਾ ਹੈ ਕਿ ਅਸੀਂ ਵਾਅਦਾ ਚੱਕਦੇ ਹਾਂ, ਲੁਧਿਆਣੇ ਦੇ DC ਦੇ ਨਾਲ ਉਹਨਾਂ ਨੇ ਵਾਅਦਾ ਚੱਕਿਆ ਕਿ ਅਸੀਂ ਅੱਗੇ ਇਹ ਫੈਲਣ ਨਹੀਂ ਦੇਵਾਂਗੇ ਕੋਵਿਡ। ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਜ਼ਿਲ੍ਹੇ ਦੇ ਵਿੱਚ ਹਜੇ ਆਕਸੀਜਨ ਨਹੀਂ ਹੈਗਾ, ਇੱਥੇ ਜਿੱਥੇ ਕੋਈ ਇਹਨਾਂ ਕੋਲੇ ਲੰਗਸ ਵਾਸਤੇ ਮਸ਼ੀਨ ਨਹੀਂ ਹੈਗੀ ਸਪੋਰਟ ਵਾਸਤੇ, ਜਿੱਥੇ ਟੀਕਾਕਰਨ ਪੂਰੀ ਤਰ੍ਹਾਂ ਹੋਇਆ ਨਹੀਂ, ਤਾਂ ਇਹ ਸੈਂਟਰ ਦਾ ਵਜ਼ੀਰ ਜਾਂ ਸੈਂਟਰ ਦਾ MP ਇੱਥੇ ਆ ਕੇ ਜਦ ਬਿਆਨ ਕਰਦਾ ਫੈਲਣ ਨਹੀਂ ਦੇਣਾ ਹੈਗਾ, ਪਰ ਸਾਰਾ ਕੁਝ ਤਾਂ ਤੁਹਾਡੇ ਹੱਥ 'ਚ ਹੈ। ਤੁਸੀਂ ਇਹ ਬੰਦੋਬਸਤ ਪਹਿਲਾਂ ਕਿਉਂ ਨਹੀਂ ਕੀਤੇ? ਅੱਜ ਤੁਹਾਡੀ ਸਰਕਾਰ ਉਰੇ ਬੈਠੀ ਹੈ, ਅਮਰਿੰਦਰ ਸਿੰਘ ਨੇ ਇਹ ਸਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਵੈਂਟੀਲੇਸ਼ਨ ਮਸ਼ੀਨਸ ਹੈ ਉਹ ਕਿਉਂ ਨਹੀਂ ਪਾਈਆਂ ਹੈਗੀਆਂ? ਸਾਲ ਹੋ ਗਿਆ ਕੋਵਿਡ ਦਾ ਦੌਰਾ, ਇਹਦੇ ਵਿੱਚ ਸਾਡੀ ਸਾਰਿਆਂ ਦੀ ਆਰਥਿਕਤਾ ਜਮਾਂ ਖਤਮ ਹੋ ਗਈ ਹੈ।
ਲੋਕੀ ਘਰਾਂ ਬੈਠੇ ਆ, ਕਰਫਿਊ ਲਾਤੇ ਹੈਗੇ ਆ, ਲੋਕਾਂ ਨੂੰ ਹਿੱਲਣ ਨਹੀਂ ਦੇ ਰਹੇ। ਜੀ ਪਰ ਇਹਦਾ ਨਤੀਜਾ ਇਹ ਕਿਉਂ ਹੈ? ਕਿਉਂਕਿ ਇਹਦੇ ਨਾਲ ਕੋਈ ਨਾ ਸਿਆਸੀ ਵਿਰੋਧ ਹੋ ਸਕਦਾ, ਤੇ ਜਿਵੇਂ ਤੁਸੀਂ ਦੱਸਿਆ ਕਿ ਨਾ ਸਿਆਸਤ ਦੇ ਤੌਰ ਤੇ ਅਸੀਂ ਪਿੰਡਾਂ 'ਚ ਘੁੰਮ ਸਕਦੇ ਹਾਂ, ਕਿਉਂਕਿ ਇਹਨਾਂ ਨੇ ਪੁਲਿਸ ਰਾਹੀਂ ਰੋਕ ਲਾਈ ਹੋਈ ਹੈ। ਜੀ ਪਰ ਜਿਹੜੀਆਂ ਚੀਜ਼ਾਂ ਨਾਲ ਸਿਹਤ ਬਣਾਉਣੀ ਸੀ, ਜੀ ਜਿਹਦੇ ਨਾਲ ਸਾਨੂੰ ਵੈਕਸੀਨਸ ਦੇਣੀਆਂ ਸੀ, ਜਿਹਦੇ ਨਾਲ ਸਾਨੂੰ ਵੈਂਟੀਲੇਟਰ ਦੇਣੇ ਸੀ, ਜਿਹੜਾ ਆਕਸੀਜਨ ਸਪਲਾਈ ਕਰਨਾ ਸੀ, ਜੀ ਉਹਦੇ ਉੱਤੇ ਤਾਂ ਕੋਈ ਕੰਮ ਨਹੀਂ ਹੋਇਆ ਹੈਗਾ। ਇੱਕ ਵੈਂਟੀਲੇਟਰ ਜਿਹੜੇ ਪਏ ਵੀ ਨੇ ਆਪਣੇ ਸਰਕਾਰੀ ਹਸਪਤਾਲਾਂ ਦੇ ਵਿੱਚ, ਉੱਥੇ ਡਾਕਟਰ ਕਹਿ ਰਹੇ ਨੇ ਵੀ ਸਾਡੇ ਕੋਲ ਸਟਾਫ ਨਹੀਂ ਹੈਗਾ ਉਹਨੂੰ ਚਲਾਉਣ ਵਾਲਾ। ਰਿਪੇਅਰ ਕਰਨ ਨੂੰ ਨਹੀਂ ਹੈ, ਚਲਾਉਣ ਨੂੰ ਨਹੀਂ ਹੈ, ਕਿਸੇ ਤਰ੍ਹਾਂ ਦੇਖ ਰੇਖ ਨਹੀਂ ਹੈਗੀ। ਜੀ ਸੋ ਇਹ ਬੜੀ ਅਜੀਬ ਸਰਕਾਰਾਂ ਹੈਗੀਆਂ ਜੀ ਜਿਹੜੀਆਂ ਆਪਣੀ ਜ਼ਿੰਮੇਵਾਰੀਆਂ ਨਿਭਾ ਨਹੀਂ ਰਹੀਆਂ ਤੇ ਲੋਕਾਂ ਦੇ ਉੱਤੇ ਕਰਫਿਊ, ਪਾਬੰਦੀਆਂ, ਜੀ। ਬੋਲਣ ਦੇ ਹੱਕ, ਸਾਰੇ ਕੁਝ ਰੋਕਣ ਨੂੰ ਇਹ ਤਿਆਰ ਹੋਈਆਂ ਹੋਈਆਂ। ਤਾਂ ਬਾਈ ਜੀ ਜਿਵੇਂ ਤੁਸੀਂ ਕਿਹਾ ਲੋਕਾਂ ਦੇ ਉੱਪਰ ਪਾਬੰਦੀਆਂ ਲੱਗ ਰਹੀਆਂ ਨੇ, ਕੀ ਤੁਹਾਨੂੰ ਲੱਗਦਾ ਵੀ ਕਰਫਿਊ ਲਾ ਕੇ ਜੋ ਕਰੋਨਾ ਨੂੰ ਠੱਲ ਪਾਈ ਜਾ ਸਕਦੀ ਹੈ? ਕਰਫਿਊ ਦੇ ਨਾਲ ਜਿਹੜਾ ਆਪਸ 'ਚ ਮੇਲ ਹੈ ਜੀ ਉਹਨੂੰ ਰੋਕਣਾ ਇਹਨਾਂ ਦੀ ਸੋਚ ਹੈ। ਜੀ ਇਹ ਆਪਣੇ ਆਪ ਦੇ ਵਿੱਚ ਇਹਦਾ ਹੱਲ ਇਹੀ ਹੈ ਕਿ ਟੀਕਾਕਰਨ ਰਾਹੀਂ ਵੈਕਸੀਨੇਸ਼ਨ ਹੋ ਕੇ ਜੀ ਇਹ ਉਸ ਨੂੰ ਠੱਲ ਪਾਉਂਦੇ। ਜੀ ਉਹ ਇਹਨਾਂ ਨੇ ਕੀਤਾ ਨਹੀਂ ਹੈ। ਜੀ ਇਹਨਾਂ ਨੇ ਜਿਹੜਾ ਰੋਜ਼ਗਾਰ ਹੈ ਜੀ ਉਹ ਸਾਰਾ ਰੋਕਤਾ। ਜੀ ਹੁਣ ਮੌਤ ਦੋ ਤਰ੍ਹਾਂ ਦੀ ਹੋ ਸਕਦੀ ਹੈ ਇਸ ਵਾਕਿਏ ਦੇ ਵਿੱਚ। ਇੱਕ ਮੌਤ ਉਹ ਹੈ ਜਿਹੜੀ ਤੁਹਾਨੂੰ ਕੋਵਿਡ ਹੋ ਜੇ ਜੀ ਤੇ ਤੁਹਾਡਾ ਸਰੀਰ ਸਹਿ ਨਾ ਸਕੇ, ਲੜ ਨਾ ਸਕੇ, ਤੁਹਾਨੂੰ ਦਵਾਈਆਂ ਨਾ ਮਿਲਣ, ਵੈਂਟੀਲੇਟਰ ਨਾ ਦਿੱਤਾ ਜਾਏ, ਜੀ ਤੇ ਉਹ ਮੌਤ ਤੁਹਾਨੂੰ ਮਿਲ ਜਾਂਦੀ ਹੈਗੀ ਆ। ਜੀ ਦੂਜੀ ਮੌਤ ਇਹ ਹੈ ਜਿਹੜਾ ਸਾਡਾ ਗਰੀਬ ਵਰਗ ਜਿਹੜਾ ਦਿਹਾੜੀ ਦੇ ਉੱਤੇ ਆਪਣੀ ਰੋਜੀ ਰੋਟੀ ਕਰਦਾ ਹੈ, ਜੀ ਜਿਹਦੇ ਬੱਚਿਆਂ ਨੇ ਪੜ੍ਹਾਈ ਦੇ ਮਾਤਰ ਰਾਹੀਂ ਅੱਗੇ ਜਾ ਕੇ ਡੀਸੀ, ਐਮਪੀ ਬਣਨਾ ਹੈ, ਜੀ ਜਿਨ੍ਹਾਂ ਨੇ ਪੜ੍ਹਾਈ ਦੇ ਰਾਹੀਂ ਗਰੀਬੀ ਨੂੰ ਤੋੜ ਕੇ ਆਪਣੇ ਪਰਿਵਾਰ ਨੂੰ ਚੱਕਣਾ ਹੈ, ਜੀ ਉਹਨਾਂ ਦੇ ਨਾ ਅੱਜ ਸਕੂਲ ਚੱਲ ਰਹੇ ਆ, ਜੀ ਨਾ ਉਹ ਜਾ ਕੇ ਆਪਦੀ ਰੋਜ਼ ਦੀ ਕਮਾਈ ਕਰ ਸਕਦੇ ਆ ਜਿਹਦੇ ਨਾਲ ਉਹ ਆਪਣੇ ਢਿੱਡ ਭਰਨ। ਜੀ ਇਹ ਜਿਹੜੀ ਮੌਤ ਹੈ ਜੀ ਇਹ ਬਹੁਤ ਧੀਮੀ ਤੇ ਬਹੁਤ ਖਤਰਨਾਕ ਮੌਤ ਹੈ ਜਿਹੜੀ ਸਾਡੀ ਆਰਥਿਕਤਾ ਇਹਨੇ ਖਤਮ ਕਰਤੀ ਹੈਗੀ ਹੈ। ਜੀ ਸੋ ਕਰਫਿਊ ਲਾਉਣਾ ਨਾ ਲਾਉਣਾ ਆਰਥਿਕਤਾ ਦੇ ਹਿਸਾਬ ਨਾਲ ਬਿਲਕੁਲ ਨਹੀਂ ਲੱਗਣਾ ਚਾਹੀਦਾ। ਕੰਮਕਾਜ ਚੱਲਣੇ ਚਾਹੀਦੇ ਆ। ਜੀ ਕੋਵਿਡ ਨੂੰ ਰੋਕਣ ਵਾਸਤੇ ਇਹਨਾਂ ਨੂੰ ਰਾਹ ਵੈਕਸੀਨੇਸ਼ਨ, ਵੈਂਟੀਲੇਸ਼ਨ, ਆਕਸੀਜਨ ਦਾ ਲੈਣਾ ਚਾਹੀਦਾ ਸੀ। ਜੀ। ਉਹ ਨਿਕੰਮਿਆਂ ਨੇ ਕੀਤਾ ਨਹੀਂ ਹੈ। ਜੀ ਸੋ ਬਾਈ ਜੀ ਇਹ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਬਾਦਲ ਉਹਨਾਂ ਨੇ ਵੀ ਬਿਆਨ ਦਿੱਤੇ ਨੇ ਵੀ ਜੋ ਪੰਜਾਬ ਸਰਕਾਰ ਆ ਉਹ ਆਪਣਾ ਕੰਮ ਨਹੀਂ ਕਰ ਰਹੀ, ਪਰ ਉਸ ਦੇ ਨਾਲ ਨਾਲ ਜਿਹੜੀ ਐਸਜੀਪੀਸੀ ਆ ਬੀਬੀ ਜਗੀਰ ਕੌਰ ਆ ਉਹਨਾਂ ਵੱਲੋਂ ਜੋ ਕੋਵਿਡ ਕੇਅਰ ਸੈਂਟਰ ਖੋਲ੍ਹੇ ਜਾ ਰਹੇ ਨੇ, ਪਰ ਉਹਨਾਂ ਦੇ ਨਾਲ ਨਾਲ ਸੁਖਬੀਰ ਬਾਦਲ ਵੀ ਉੱਥੇ ਪਹੁੰਚਦੇ ਨੇ ਜਿਨ੍ਹਾਂ ਦਾ ਵਿਰੋਧ ਵੀ ਹੁੰਦਾ ਲੋਕਾਂ ਵੱਲੋਂ। ਕੀ ਕਹਿਣਾ ਚਾਹੁੰਦੇ ਉਹਨਾਂ ਵੱਲ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 'ਚ ਬਣੀ ਹੈ ਸਿੰਘ ਸਭਾ ਲਹਿਰ 'ਚੋਂ, ਉਸ 'ਚ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਆਪਣਾ ਖੁੱਸਿਆ ਹੋਇਆ ਰਾਜ ਸੰਭਾਲਣ ਵਾਸਤੇ, ਆਪਣੇ ਗੁਰੂ ਘਰ ਸੰਭਾਲਣ ਵਾਸਤੇ ਉਹਨਾਂ ਨੇ ਸਭ ਤੋਂ ਪਹਿਲਾਂ ਜਮਹੂਰੀਅਤ ਪਸੰਦ ਸੰਸਥਾ ਬਣਾਤੀ ਸੀਗੀ। ਜੀ ਇਹ ਜਮਹੂਰੀਅਤ ਪਸੰਦ ਸੰਸਥਾ ਅੱਜ ਬਿਲਕੁਲ ਖੁਰਦ-ਬੁਰਦ ਕੀਤੀ ਜਾ ਰਹੀ ਹੈ, ਜੀ ਜਿਹਦੇ ਵਿੱਚ ਸਭ ਤੋਂ ਵੱਡਾ ਕਾਂਡ ਇਹ ਹੈ ਕਿ ਜੇ ਤੁਸੀਂ ਭਾਰਤ ਦੇ ਪਾਰਲੀਮੈਂਟ ਨੂੰ ਦੇਖੋ 1947 ਤੋਂ ਲੈ ਕੇ ਅੱਜ ਤੱਕ ਹੁਣ ਇਹ 17 ਵਾਰੀ ਇਹਦੇ ਚੋਣ ਹੋ ਕੇ ਪਾਰਲੀਮੈਂਟ ਚੱਲ ਰਹੀ ਹੈ। ਜੀ ਜਿਹੜੀ ਸੰਸਥਾ 1925 'ਚ ਜਮਹੂਰੀਅਤ ਪਸੰਦ ਸ਼ੁਰੂ ਕੀਤੀ ਸੀ ਐਸਜੀਪੀਸੀ, ਉਹਦੇ ਹਜੇ ਤੱਕ 1947 ਤੋਂ ਸਿਰਫ 8 ਚੋਣ ਹੋਏ ਆ। 8 ਸਿਰਫ 8 ਚੋਂ? ਸਿਰਫ 8 ਚੋਣ। ਇਹਦਾ ਮਤਲਬ ਕੀ ਹੈ ਕਿ ਭਾਰਤ ਸਰਕਾਰ, ਹੋਮ ਮਿਨਿਸਟਰੀ ਜਿਹੜੀਆਂ ਚੋਣਾਂ ਨੂੰ ਕਰਾਉਂਦੀ ਹੈ ਜੀ ਉਹ ਬਾਦਲ ਵਰਗਿਆਂ ਨੂੰ ਮੂਹਰੇ ਰੱਖ ਕੇ ਰਾਜੀ ਹੈ। ਹੁਣ ਇਹਦਾ ਨਤੀਜਾ ਕੀ ਹੈ? ਐਸਜੀਪੀਸੀ ਕੋਲੇ ਹਰੇਕ ਸੰਸਥਾ ਹੈਗੀ। ਜੀ ਅੱਜ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਜੀ ਸਰਕਾਰ ਦੇ ਪੰਚਾਇਤ ਘਰ ਹਰੇਕ ਪਿੰਡ 'ਚ ਨਹੀਂ ਬਣੇ ਹੋਣਗੇ, ਨਹੀਂ ਪਰ ਹਰੇਕ ਪਿੰਡ 'ਚ ਗੁਰੂ ਕਾ ਘਰ ਬਣਿਆ ਹੋਇਆ। ਜੀ ਗੁਰੂ ਘਰ ਦੇ ਉੱਤੇ ਐਸਜੀਪੀਸੀ बैठी है। गुरु की गोलक है। जी गुरु की गोलक ने गुरु रामदास वर्गे हस्पताल मेडिकल अफसर मेडिकल डॉक्टर ट्रेन करके उत्थे बसा के रहा के जी उन्होंने बिठाए हुए हैं। जी
ਟੈਲੀਮੈਡੀਸਨ ਰਾਹੀਂ ਉਹ ਹਰੇਕ ਗੁਰੂ ਘਰ ਨੂੰ ਜੋੜ ਸਕਦੇ ਹੈਗੇ ਆ। ਜੀ 2 ਸਾਲ ਹੋ ਗਏ ਕੋਵਿਡ ਨੂੰ, ਜੀ SGPC ਨੇ ਪਹਿਲੇ ਸਾਲ 'ਚ ਤਾਂ ਚੂੰ ਨਹੀਂ ਕੀਤੀ, ਜੀ ਜਦ ਕਿ ਗੁਰੂ ਕੀ ਸੰਗਤ ਉਹਦੀ ਮਰ ਰਹੀ ਸੀ। ਜੀ ਇਹਨਾਂ ਨੇ ਬਿਲਕੁਲ ਵੀ ਕੋਈ ਬੰਦੋਬਸਤ ਨਹੀਂ ਕੀਤਾ। ਭਾਈ ਨਿਰਮਲ ਸਿੰਘ ਖਾਲਸਾ ਦੀ ਵੀ ਪਿੱਛੇ ਉਹਨਾਂ ਨਾਲ ਕੋਵਿਡ ਨਾਲ ਡੈਥ ਹੋਈ ਆ, ਤਾਂ SGPC ਨੇ ਉਹਨਾਂ ਨੂੰ ਵੀ ਕੋਈ ਮਾਣ ਸਨਮਾਨ ਨਹੀਂ ਦਿੱਤਾ। ਉਹ ਤਾਂ ਮਾਨ ਸਨਮਾਨ ਦੀ ਗੱਲ ਹੋ ਗਈ, ਪਰ ਇਹ ਤਾਂ ਹੈਗੀ ਹੈ ਗੁਰੂ ਘਰ ਕਿਸ ਚੀਜ਼ ਲਈ ਹੈ। ਜੀ ਉੱਥੇ ਪਨਾਹ ਮਿਲ ਸਕਦੀ ਹੈ, ਜੀ ਉੱਥੇ ਤੁਹਾਡੀ ਸੰਗਤ ਹੋ ਸਕਦੀ ਹੈਗੀ ਹੈ। ਜੀ ਗੁਰੂ ਘਰ ਦੇ ਵਿੱਚ ਜੇ ਰਾਤ ਕਿਤੇ ਫਸ ਜਾਓ ਤੁਸੀਂ ਠਹਿਰ ਸਕਦੇ ਹੋ, ਜੀ ਜੇ ਭੁੱਖੇ ਹੋ ਤਾਂ ਲੰਗਰ ਹੈਗਾ, ਜੀ ਤੇ ਜੇ ਤੁਸੀਂ ਬਿਮਾਰ ਹੋ, ਜੀ ਜਿਵੇਂ ਸਾਡੇ 8ਵੇਂ ਗੁਰੂ ਸਾਹਿਬ ਦਿੱਲੀ ਦੇ ਵਿੱਚ ਜਦ ਰੋਗ ਆਇਆ ਸੀ, ਜੀ ਉਹਨਾਂ ਨੇ ਜਾ ਕੇ ਉੱਥੇ ਮਰੀਜ਼ਾਂ ਦੀ ਮਦਦ ਕੀਤੀ ਸੀ। ਗੁਰੂ ਘਰ ਮਰੀਜ਼ਾਂ ਵਾਸਤੇ ਜਿਵੇਂ ਜੰਗ 'ਚ ਵੀ ਸਾਡੇ ਬਾਬਿਆਂ ਨੇ ਪਾਣੀ ਦਿੱਤਾ ਸੀਗਾ, ਇਹ ਸਾਡੀ ਮੁੱਢਲੀ ਡਿਊਟੀ ਹੈ ਗੁਰੂ ਘਰ ਦੀ। ਜੀ ਫਿਰ SGPC ਨੇ ਕੋਈ ਪਾਲਿਸੀ ਗੁਰੂ ਰਾਮਦਾਸ ਹਸਪਤਾਲ ਜਿਹੜਾ ਚਲਾਉਂਦੀ ਆ ਉਹਦੇ ਵਿੱਚੋਂ ਡਾਕਟਰ ਕੱਢ ਕੇ ਕਿਉਂ ਨਹੀਂ ਕੀਤੀ? ਜੀ ਪਬਲਿਕ ਬੈਨੀਫਿਟ ਲਈ ਉਹਨਾਂ ਨੇ ਕਿਉਂ ਨਹੀਂ ਕੰਮ ਕੀਤਾ? ਜਿਹੜੀਆਂ ਕਮੀਆਂ ਜੀ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ, ਮੋਦੀ ਦੀ ਸਰਕਾਰ ਦੀਆਂ, ਜੀ ਉਹ ਇਹ 10 ਸਾਲ ਬਿਨਾਂ ਚੋਣ ਤੋਂ ਚਲਾਉਂਦੇ ਹੋਏ ਚੋਰਾਂ ਦੀ ਵੀ ਹੋਈ ਗਲਤੀ ਹੈ ਕਿ SGPC ਨੇ ਆਪਣੇ ਸੰਗਤ ਦੀ ਸਿਹਤ ਦੇ ਉੱਤੇ ਕੋਈ ਵੀ ਅਮਲ ਨਹੀਂ ਕੀਤਾ ਹੈਗਾ। ਜੀ ਸੋ ਮੈਂ ਸਮਝਦਾ ਕਿ ਜਦ ਸੁਖਬੀਰ ਇਹੋ ਜਿਹੇ ਬਿਆਨ ਕਰਦਾ ਹੈ, ਜੀ ਉਹਦੀ ਨਿਗਾਹ ਜਿਹੜੀ ਸਾਡੀ ਗੁਰੂ ਕੀ ਗੋਲਕ ਹੈ, ਤੁਸੀਂ ਦੇਖੋ ਅੱਜ ਕੋਈ ਵੀ ਮੀਡੀਆ ਦੀ ਕੋਈ ਵੀ ਸੰਸਥਾ SGPC ਕੋਲੇ ਹੈ ਹੀ ਨਹੀਂ। ਜੀ ਪਹਿਲਾਂ ਇਹਨਾਂ ਨੇ ਅਖਬਾਰ ਵੀ ਚਲਾਇਆ ਹੋਇਆ ਸੀ, ਉਹ ਵੀ ਬੰਦ ਹੈ। ਜੀ ਹੁਣ ਮੈਨੂੰ ਦੱਸੋ ਗੁਰੂ ਕਾ ਪ੍ਰਚਾਰ, ਗੁਰੂ ਕੀ ਬਾਣੀ ਜੋ SGPC ਹਰਿਮੰਦਰ ਸਾਹਿਬ ਤੋਂ ਜਦ ਕੀਰਤਨ ਦਰਬਾਰ ਚੱਲਦੇ ਆ, ਹਰੇਕ ਸਿੱਖ ਤਰਸਦਾ ਮੈਂ ਸਵੇਰੇ ਸ਼ਾਮ ਸੁਣਾ, ਜੀ ਉਹ SGPC ਦੇ ਚੈਨਲ ਤੇ ਕਿਉਂ ਨਹੀਂ ਚੱਲਦਾ? ਜੀ ਉਹ ਕੱਲੇ ਤੇ ਕੱਲੇ ਸੁਖਬੀਰ ਦੇ PTC ਤੇ ਕਿਉਂ ਚੱਲਦਾ? ਜੀ ਇਹਨਾਂ ਨੇ ਤਾਂ ਮਹੰਤਾਂ ਵਾਂਗੂ ਲੁੱਟ ਪਾਈ ਹੋਈ ਹੈ, ਨਾ ਲੋਕਾਂ ਦੀ ਦੇਖ ਰੇਖ ਕੀਤੀ ਹੈ, ਨਾ ਪ੍ਰਚਾਰ ਕੀਤਾ ਹੈ। ਜੀ ਇਹਨਾਂ ਨੇ ਸਭ ਕੁਝ ਕਬਜ਼ਾ ਕਰਕੇ ਜਿਹੜੀ ਆਮਦਨ ਐਡਵਰਟਾਈਜ਼ਮੈਂਟ ਲਿਆਉਂਦੀ ਹੈਗੀ ਹੈ ਮੀਡੀਆ ਚੈਨਲ ਤੇ, ਇਹਨਾਂ ਨੇ ਗੁਰੂ ਕੀ ਬਾਣੀ ਦੇ ਉੱਤੇ ਉਹਦੇ ਪੈਸੇ ਇਕੱਠੇ ਕੀਤੇ ਆ। ਇਹ ਤਾਂ ਬਾਣੀ ਵੇਚ ਕੇ ਪੈਸੇ ਕਮਾ ਰਹੇ ਆ, ਜੀ ਤੇ ਸਾਨੂੰ ਕਹਿੰਦੇ ਆ ਕਿ SGPC ਹੁਣ 2 ਸਾਲ ਬਾਅਦ ਜੀ ਜਦ ਮੌਤਾਂ ਹੋ ਗਈਆਂ, ਰੋਜ਼ਗਾਰ ਟੁੱਟ ਗਏ, ਹੁਣ ਕਹਿੰਦੀ ਹੈ ਕਿ ਅਸੀਂ ਇਹ ਸੇਵਾ ਵੱਲ ਵਧਾਂਗੇ। ਉਹ ਵੀ ਕਿਉਂ? ਕਿਉਂਕਿ ਰੌਲਾ ਬਹੁਤ ਜ਼ਿਆਦਾ ਪੈ ਗਿਆ। ਅਸੀਂ ਇਹੀ ਮੁੱਦਾ ਚੱਕ ਕੇ 328 ਸਰੂਪਾਂ ਨਾਲ ਜੋੜਿਆ ਸੀਗਾ, ਰੌਲੇ ਪਏ ਤੇ ਇਹਨਾਂ ਨੇ ਹੁਣ ਇਹ ਜੂੰ ਖਿੱਚੀ ਹੈ ਇਹਨਾਂ ਦੀ। ਕੀ ਲੱਗਦਾ ਇਹ 2022 ਦੀਆਂ ਚੋਣਾਂ ਨੂੰ ਦੇਖ ਕੇ ਕੀਤਾ ਜਾ ਰਿਹਾ? ਕਿਉਂਕਿ ਹਰੇਕ ਥਾਂ ਉਹਨਾਂ ਨਾਲ ਅਕਾਲੀ ਦਲ ਹੁੰਦਾ ਹੈ, ਜਿਹੜਾ ਆਪਣਾ ਸੁਖਬੀਰ ਸਿੰਘ ਬਾਦਲ। ਮੇਰੇ ਹਿਸਾਬ ਨਾਲ ਤਾਂ ਜਦ ਅਸੀਂ ਇਸ ਮੁੱਦੇ ਨੂੰ ਚੱਕਿਆ, ਜੀ ਫਿਰ ਉਹਨਾਂ ਨੂੰ ਹਿਲਣਾ ਪਿਆ। ਜੀ ਪਰ ਇਹ ਸਹੀ ਸਟੈਪ ਹੈ, ਜੀ ਪਰ ਲੇਟ ਹੈ ਤੇ ਨੀਅਤ ਇਹਨਾਂ ਦੀ ਹੈ ਨਹੀਂ ਸੀ। ਜੀ ਸੋ 22 ਦੀ ਚੋਣਾਂ 'ਚ ਦਿਖਾਣ ਨਾ ਦਿਖਾਣ, ਜੀ ਜਿਹੜੀ ਗੁਰੂ ਕੀ ਸੰਗਤ ਨੂੰ ਸੰਭਾਲ ਲਏ ਉਹਦਾ ਮਾੜਾ ਤਾਂ ਮੈਂ ਕਹੂੰਗਾ ਹੀ ਨਹੀਂ, ਜੀ ਪਰ ਮੈਂ ਇਹ ਕਹੂੰਗਾ ਕਿ ਇਹਨਾਂ ਦੀ ਨੀਅਤ ਹੈ ਨਹੀਂ ਸੀ ਇੱਧਰ ਨੂੰ। ਜੀ ਸੋ ਉਹ ਤੁਸੀਂ 328 ਸਰੂਪਾਂ ਦੀ ਗੱਲ ਕੀਤੀ ਆ, 328 ਸਰੂਪਾਂ ਦੇ ਮਾਮਲੇ ਤੁਸੀਂ ਗੱਲ ਵੀ ਕਰਦੇ ਹੋ ਖੁੱਲ੍ਹ ਕੇ, ਤਾਂ ਕਿੱਥੇ ਤੱਕ ਪਹੁੰਚਿਆ ਉਹ ਮਾਮਲਾ? SGPC ਦਾ ਮੁੱਢਲਾ ਕੰਮ ਜੀ ਗੁਰੂ ਤੇ ਸੰਗਤ ਨੂੰ ਸੰਭਾਲਣਾ ਹੈ। ਜੀ ਗੁਰੂ ਸਾਹਿਬ ਨੇ ਸੰਗਤ ਨੂੰ ਵੱਡਾ ਖਿਤਾਬ ਦੇ ਕੇ ਜੀ ਉਹਨਾਂ ਨੂੰ 20 ਬਿਸਵੇ ਆਪ 19 ਬਿਸਵੇ ਲੈ ਕੇ ਜੀ ਗੁਰੂ ਕੇ ਸੰਗਤ ਦਾ ਮੇਲ ਹੋ ਕੇ ਗੁਰਮਤ ਬਣਦਾ ਹੈ। ਜੀ SGPC ਦਾ ਕੰਮ ਹੈ ਦੋਨਾਂ ਨੂੰ ਸੰਭਾਲ ਕਰਨਾ। ਜੀ SGPC ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈਗੀ ਹੈ। ਗੁਰਦੁਆਰਾ ਕਿਸ ਦਾ ਹੈ? ਗੁਰੂ ਕਾ। ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਜੀ। जब SGPC 328 ਸਰੂਪ ਗੁਰੂ ਕੇ ਜੀ ਆਪਣੇ ਹੱਥੋਂ ਜੀ ਖਿਰਦ ਬੁਰਦ ਕਰ ਦਿੰਦੀ ਹੈ, ਜੀ ਫਿਰ ਸੰਭਾਲ ਕਿਸ ਚੀਜ਼ ਦੀ ਹੈ? ਜੇ ਸੰਗਤ ਦੀ ਸੰਭਾਲ ਤੁਸੀਂ ਕਹਿੰਦੇ ਹੋ, ਸੰਗਤ ਦਾ ਮਤ ਤਾਂ ਤੁਸੀਂ 10 ਸਾਲ ਲਿੱਤਾ ਹੀ ਨਹੀਂ, ਨੋ ਇਲੈਕਸ਼ਨ। ਜੀ ਜੇ ਗੁਰੂ ਕੀ ਗੱਲ ਕਰੀਏ ਤਾਂ ਗੁਰੂ ਸਾਹਿਬ ਤੁਸੀਂ ਗਵਾਤੇ, ਸੜਾਤੇ, ਮਾਰਤੇ, ਬਰਗਾੜੀ 'ਚ ਤੁਸੀਂ ਬੰਦੇ ਮਾਰਤੇ, ਸਿੱਖ ਮਾਰਤੇ, ਜੀ ਫਿਰ ਤੁਸੀਂ ਸੰਸਥਾ ਹੈ ਕੀ? ਜੀ ਮੇਰਾ ਖਿਆਲ ਹੈ ਜੀ
ਜੇ ਅੱਜ 1920 ਤੋਂ ਪਹਿਲਾਂ ਦੇ ਜਿਹੜੇ ਸਿੰਘ ਸਭਾ ਲਹਿਰ ਉੱਠੀ ਸੀ ਉਹ ਅੱਜ ਦੇਖੇ ਹਾਲਾਤ ਜੀ ਮੇਰਾ ਖਿਆਲ ਉਹ ਸਹਿ ਨਾ ਸਕੇ। ਜੀ ਅਸੀਂ ਸੰਗਤ ਵੱਲੋਂ ਸੰਗਤ ਨੂੰ ਜਾਗਰੂਕ ਕਰਨ ਵਾਸਤੇ ਜੀ ਸਿੱਖਾਂ ਨੂੰ ਗੁਰੂ ਲਾਭਿਓ ਰੇ ਜੀ ਇਹ ਸਾਲ ਸੈਂਟਰ ਵੀ ਇੱਧਰ ਵੀ SGPC 9ਵੇਂ ਪਾਤਸ਼ਾਹ ਦੇ ਸਾਲ ਨੂੰ ਮੰਨ ਰਹੀ ਹੈ, ਜੀ ਜਿਹਦੇ ਵਿੱਚ ਮੱਖਣ ਸ਼ਾਹ ਲਵਾਣਾ ਸਾਹਿਬ ਨੇ ਗੁਰੂ ਲਾਭਿਓ ਰੇ ਦਾ ਖਿਤਾਬ ਕਮਾਇਆ ਸੀਗਾ, ਕਿਉਂਕਿ ਉਹਨਾਂ ਨੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਗੱਦੀ ਤੇ ਹੱਕ ਸੀ ਉਹਦੇ ਨਾਲ ਉਹ ਮਿਲੇ ਸੀਗੇ। ਜੀ ਅੱਜ ਮੈਂ ਸੰਗਤ ਨੂੰ ਪੁੱਛਦਾ ਹਾਂ ਕਿ 328 ਤੁਹਾਡੇ ਗੁਰੂ ਕੇ ਸਰੂਪ ਚਲੇ ਗਏ, ਜੀ ਤੁਹਾਨੂੰ ਕੋਈ ਫਰਕ ਹੀ ਨਹੀਂ ਪੈਂਦਾ? ਜੀ ਨਾ ਲੱਭ ਰਿਹਾ ਕੋਈ, ਨਾ ਪੁੱਛ ਰਿਹਾ ਉਹਨਾਂ ਬਾਰੇ, ਕਿੱਥੇ ਗੰਦੇ ਨਾਲੇ 'ਚ ਗੁਰੂ ਸਾਹਿਬ ਪਏ ਹੈ, ਕਿੱਥੇ ਉਹਨਾਂ ਦੀ ਬੇਅਦਬੀ ਹੋ ਰਹੀ ਹੈ, ਉਹਨਾਂ ਦੇ ਅੰਗ ਪਾੜੇ ਜਾ ਰਹੇ ਹੈ, ਸਾੜੇ ਜਾ ਰਹੇ ਹੈ। ਜੀ ਤਾਂ ਤੁਹਾਨੂੰ ਗੁਰੂ ਬਾਰੇ ਮੈਂ ਹੈਰਾਨ ਹੈ ਜੀ ਕਿ ਅੱਜ ਤੱਕ ਸਿੱਖ ਸੰਗਤ ਉਹਦੇ ਬਾਰੇ ਇਸ ਮੁੱਦੇ ਤੇ ਭੱਜ ਨਹੀਂ ਰਹੀ ਹੈਗੀ। ਅਸੀਂ ਆਪਣੇ ਵੱਲੋਂ ਜੀ ਇਕੱਠ ਕੀਤੇ ਹੈ, ਜੀ ਸਿਗਨੇਚਰ ਕੈਂਪੇਨ ਸ਼ੁਰੂ ਕੀਤੇ ਹੈ, ਜੀ ਅਸੀਂ SGPC ਦੇ ਸਾਹਮਣੇ ਰੋਸ ਮੁਜ਼ਾਹਰੇ ਕੀਤੇ ਹੈ, ਜੀ ਅਸੀਂ ਉਹਨਾਂ ਦੇ ਇਜਲਾਸ ਦੇ ਵਿੱਚ ਉਹਨਾਂ ਦੇ ਮੈਂਬਰਾਂ ਨੂੰ ਜੀ ਲਾਹਨਤਾਂ ਦਿੱਤੀਆਂ, ਉਹਨਾਂ ਦੇ ਘਰਾਂ ਜਾ ਕੇ ਉਹਨਾਂ ਨੂੰ ਕਿਹਾ ਕਿ ਦੱਸੋ। ਜੀ ਲੌਂਗੋਵਾਲ ਪ੍ਰਧਾਨ ਦੇ ਸਾਹਮਣੇ ਧਰਨਾ 3 ਮਹੀਨੇ ਦਾ ਲਗਾਤਾਰ ਰੱਖਿਆ, ਅੱਜ ਵੀ ਉਹ ਆ ਬੀਬੀ ਦੇ ਘਰ ਦੇ ਸਾਹਮਣੇ ਲੱਗਿਆ ਹੋਇਆ ਹੈ। ਜੀ ਅਸੀਂ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਜਾ ਕੇ ਕੇਸ ਪਾ ਕੇ ਆਏ ਹਾਂ, ਜੀ ਤੇ ਜਿਹੜਾ ਬੰਦਾ ਦੂਜੇ ਪਾਸੇ ਗੁਟਕੇ ਤੇ ਹੱਥ ਰੱਖ ਕੇ ਸਹੁੰ ਚੱਕਦਾ ਸੀਗਾ ਕਿ ਮੈਂ ਤੁਹਾਨੂੰ ਫੋਨ ਦਊਂਗਾ, ਮੈਂ ਤੁਹਾਨੂੰ ਇਹ ਦਊਂਗਾ, ਜੀ ਉਹ ਗੁਰੂ ਦਾ ਲਾਭ ਉੱਥੇ ਤਾਂ ਲੈ ਲੈਂਦਾ, ਜੀ ਪਰ ਜਦ ਗੁਰੂ ਗਾਇਬ ਹੈ, ਜੀ ਗੁਰੂ ਲਾਪਤਾ ਹੋਏ ਹੈਗੇ ਆ ਕਿਉਂਕਿ ਬਾਹਰ ਚਲੇ ਗਏ, ਉਹਦੇ ਉੱਤੇ ਕੋਈ ਕ੍ਰਿਮੀਨਲ ਕੇਸ ਨਹੀਂ, ਉਹਦੇ ਉੱਤੇ ਕੋਈ ਪੜਤਾਲ ਨਹੀਂ। ਜੇ ਉਹ ਬਾਬਾ ਰਾਮਦੇਵ ਸਾੜੀ ਪਾ ਕੇ ਸਟੇਜ ਤੋਂ ਭੱਜਦਾ ਹੋਇਆ ਫੜਿਆ ਜਾਏ ਜੀ ਤਾਂ ਦਿੱਲੀ ਦੀ ਹਾਈ ਕੋਰਟ ਬਿਆਨ ਸੋ ਮੋਟੋ ਐਕਸ਼ਨ ਲੈਂਦੀ ਹੈ ਕਿ ਰਿਲੀਜੀਅਸ ਫਰੀडम ਨੂੰ ਸਪਰੈਸ ਨਹੀਂ ਕਰਨਾ। ਜੀ 328 ਸਰੂਪ ਪੂਰੇ ਕੌਮ ਦੇ ਗਏ ਹੋਏ ਆ, ਹਾਈ ਕੋਰਟ ਪੁੱਠੇ ਜਵਾਬ ਦੇਈ ਜਾਂਦਾ ਸਾਨੂੰ। ਜੀ ਮੈਨੂੰ ਤਾਂ ਲੱਗਦਾ ਕਿ ਉਰੇ ਫਿਕਰ ਹੀ ਕਿਸੇ ਨੂੰ ਨਹੀਂ, ਜੀ ਸੰਗਤ ਵੀ ਵਿਸਲੀ ਹੋਈ ਹੈ, ਜੀ ਕਮਲਿਆਂ ਵਾਂਗੂ ਅਸੀਂ ਭੱਜੀ ਜਾਂਦੇ ਹਾਂ ਕਿ ਭਾਈ ਤੁਹਾਡੇ ਗੁਰੂ ਕਿਤੇ ਚੱਕ ਕੇ ਲੈ ਗਿਆ। ਜਿਨ੍ਹਾਂ ਨੇ ਦੇਖ ਰੇਖ ਕਰਨੀ ਆ ਉਹ ਜ਼ਿੰਮੇਵਾਰੀ ਨਹੀਂ ਲੈਂਦੇ, ਸੰਗਤ ਨਹੀਂ ਲੈ ਰਹੀ, ਇਹ ਲੱਗੇ ਹੋਏ ਆ ਹੁਣ ਅਸੀਂ ਤਾਂ। ਭਾਈ ਸਾਹਿਬ ਇਹ ਬਰਗਾੜੀ ਮੋਰਚਾ ਵੀ ਲਾਇਆ, ਤਾਂ ਬਰਗਾੜੀ ਮੋਰਚੇ ਦੇ ਫੇਲ ਹੋਣ ਦੇ ਕੀ ਤੁਹਾਨੂੰ ਅਸਾਰ ਕੀ ਲੱਗਦੇ ਨੇ? ਬਰਗਾੜੀ ਮੋਰਚੇ ਨੇ ਇਹੀ ਸਹੁੰ ਚੱਕਣ ਵਾਲੇ ਗੁਟਕੇ ਤੇ, ਜੀ ਉਹਨਾਂ ਦੇ ਮੰਤਰੀਆਂ ਤੇ ਜੀ ਉਹਨਾਂ ਨੇ ਜ਼ਿੰਮੇਵਾਰੀ ਪਾਈ ਜੀ ਕਿ ਤੁਸੀਂ ਕੇਸ ਰਜਿਸਟਰ ਕਰੋਗੇ, ਪੜਤਾਲ ਕਰੋਗੇ ਜੀ ਤੇ ਕੋਰਟ ਦੇ ਸਾਹਮਣੇ ਲੈ ਕੇ ਆਉਂਗੇ, ਜੀ ਤੇ ਇਹਦੇ ਵਿੱਚ ਸਟੇਟ ਨੇ ਜ਼ਿੰਮੇਵਾਰੀ ਲਿੱਤੀ। ਜੀ ਪੰਜਾਬ ਸਟੇਟ ਦੀ ਸਿੱਟ ਹਾਈ ਕੋਰਟ ਨੇ ਖੁਰਦਬੁਰਦ ਕਰਤੀ ਹੈ। ਜੀ ਉਹਦੇ ਵਿੱਚ ਪ੍ਰਾਪਤੀਆਂ ਇਹ ਹੋਈਆਂ ਕਿ ਜਿਹੜੇ ਅਫਸਰ ਪਹਿਲਾਂ ਕੋਈ ਦੱਸਦਾ ਹੀ ਨਹੀਂ ਸੀ ਕੌਣ ਹੈ, ਅਣਪਛਾਤੇ ਕਹੀ ਜਾਂਦੇ ਸੀ, ਜੀ। ਉਹਨਾਂ ਦੀ ਇਨਕੁਆਇਰੀ ਹੋ ਕੇ ਉਹ ਸਾਹਮਣੇ ਆ ਗਏ ਹੈਗੇ ਆ। ਜੀ ਪਰ ਹਾਈ ਕੋਰਟ ਨੇ ਜਿੱਥੇ ਬਾਬਾ ਰਾਮਦੇਵ ਦੀ ਸੋ ਮੋਟੋ ਐਕਸ਼ਨ ਲਿੱਤੀ, ਉੱਥੇ ਕਹਿਤਾ ਕਿ ਤੁਹਾਡਾ ਕੁਝ ਹੈ ਹੀ ਨਹੀਂ। ਜੀ ਹੁਣ ਮੈਂ ਸਮਝਦਾ ਹਾਂ ਕਿ ਆਪਾਂ ਨੂੰ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਸੀ ਕਿ ਜਿਹੜੇ ਸੁਪਰੀਮ ਕੋਰਟ, ਹਾਈ ਕੋਰਟ, ਜੁਡੀਸ਼ਰੀ ਨੇ ਅੱਜ ਤੱਕ 1984 ਦਾ ਇਨਸਾਫ ਨਹੀਂ ਦਿਵਾਇਆ, ਜੀ ਜਿਹੜੀ ਲੈਜਿਸਲੇਚਰ ਨੇ ਅੱਜ ਤੱਕ, ਤੁਸੀਂ ਦੇਖੋ ਹੁਣ ਆਮ ਆਦਮੀ ਪਾਰਟੀ ਦਿੱਲੀ 'ਚ ਚੀਫ ਮਿਨਿਸਟਰ ਬਣਾਈ ਬੈਠੀ ਹੈ, ਜੀ ਉਹਨਾਂ ਨੇ ਅੱਜ ਤੱਕ ਲੈਜਿਸਲੇਟਿਵ ਇਨਕੁਆਇਰੀ 1984 ਦੇ ਕਤਲੇਆਮ ਦੇ ਵਿੱਚ ਕੀਤੀ ਨਹੀਂ ਹੈਗੀ। ਇੱਥੇ ਆ ਕੇ ਰੌਲਾ ਪਾਈ ਜਾਂਦੇ ਆ ਕਿ ਅਸੀਂ ਸਿੱਟ ਦੇ ਇਹ ਕਰਾਂਗੇ, ਮਿਲੀ ਭੁਗਤ ਹੈ ਕਾਂਗਰਸ ਤੇ ਬਾਦਲਾਂ ਦੇ, ਪਰ ਜਿੱਥੇ ਤੁਹਾਡੇ ਘਰ 'ਚ ਹੋਇਆ ਜੀ ਉੱਥੇ ਕਿਹੜਾ ਤੁਸੀਂ ਵਾਈਟ ਪੇਪਰ ਤੁਹਾਡੀ ਅਸੈਂਬਲੀ ਨੇ ਕੱਢਿਆ ਕਿ ਜੀ ਆਹ ਦੋਸ਼ੀ ਹੈਗੇ ਆ, ਇਹ ਹੋਇਆ ਹੈਗਾ? ਇੰਨੀ ਪਾਵਰ ਤਾਂ ਅਸੈਂਬਲੀ 'ਚ ਹੁੰਦੀ ਹੈ, ਜੀ ਠੀਕ ਹੈ ਨਾ ਜੀ। ਕੱਲੀ ਪੁਲਿਸ ਇਨਕੁਆਇਰੀ ਥੋੜੀ ਹੁੰਦੀ ਹੈ, ਲੈਜਿਸਲੇਟਰ ਵੀ ਕਿਸੇ ਚੀਜ਼ ਨੂੰ ਇਨਕੁਆਇਰੀ ਕਰ ਸਕਦਾ ਹੈ। ਜੀ ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਸਾਰੇ ਜਿਹੜੇ ਬਾਹਰਲੀਆਂ ਸੋਚਾਂ, ਜੀ ਜਿਵੇਂ ਮੈਂ ਕਿਹਾ ਦਿੱਲੀ ਦੀਆਂ ਸੋਚਾਂ, ਜੀ ਇਹਨਾਂ ਦੇ ਉੱਤੇ ਜੇ ਆਪਾਂ ਛੱਡੀ ਸੀ ਇਹ
ਉਹਦੇ ਅਫਸੋਸ ਨਾਲ ਨਤੀਜੇ ਸਾਨੂੰ ਅੱਜ ਭੁਗਤਣੇ ਪੈ ਰਹੇ ਆ ਕਿ ਇਹਨਾਂ ਦੀਆਂ ਇਨਕੁਆਇਰੀਆਂ ਜੀ ਖੁਰਦ-ਬੁਰਦ ਸਟੇਟ ਕਰ ਰਿਹਾ ਜੀ ਤੇ ਹਰੇਕ ਨੂੰ ਪਰਾਂ ਕਰ ਰਿਹਾ ਹੈਗਾ ਸੱਚ ਤੋਂ। ਜੀ ਅਸੀਂ ਹੁਣ 1 ਤਰੀਕ ਨੂੰ ਅਰਦਾਸ 'ਚ ਸ਼ਾਮਲ ਹੋਣਾ ਹੈ, ਜੀ ਯਾਦਗਾਰੀ ਅਰਦਾਸ 'ਚ। ਉੱਥੇ ਅਸੀਂ ਫੇਰ ਜੀ ਇਸ ਮੁੱਦੇ ਨੂੰ ਮੂਹਰੇ ਲੈ ਕੇ ਆਉਣਾ ਹੈ। ਜੀ ਇਸ ਮੁੱਦੇ ਦੇ ਨਾਲ ਅਸੀਂ ਜੁੜ ਕੇ ਸਰਬੱਤ ਖਾਲਸਾ ਬੁਲਾਇਆ, ਦੂਜਾ ਸਰਬੱਤ ਖਾਲਸਾ ਸਾਡਾ ਖੁਰਦ-ਬੁਰਦ ਕੀਤਾ ਗਿਆ, ਜੀ ਬਰਗਾੜੀ ਦਾ ਮੋਰਚਾ ਲਾਇਆ। ਜੀ। ਸੋ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸ ਤੇ ਕੰਮ ਕਰਦੀ ਆਈ ਹੈ ਜੀ ਤੇ ਜੇ ਅਸੀਂ ਇਹਨਾਂ ਨੂੰ ਮੌਕਾ ਦਿੱਤਾ ਜੀ ਇਹ ਸਿਰੇ ਲਾਉਣ ਤੇ ਸਾਨੂੰ ਅੱਜ ਦੇਖਣਾ ਪੈ ਰਿਹਾ ਕਿ ਇਹ ਇਹਨਾਂ ਨੇ ਕੀਤਾ ਨਹੀਂ ਹੈਗਾ। ਜੀ ਇਹ ਤਾਂ ਜੀ ਫੇਰ ਸਾਨੂੰ ਕੰਮ ਤੋਰਨਾ ਪੈਣਾ ਹੈ, ਜੀ। ਫੇਰ ਹੀ ਜਾ ਕੇ ਇਹਦਾ ਕੋਈ ਇਨਸਾਫ ਮਿਲ ਸਕਦਾ। 1 ਤਰੀਕ ਨੂੰ ਕਿੱਥੋਂ ਸ਼ੁਰੂ ਕਰੋਗੇ ਜੀ ਤੁਸੀਂ? 1 ਤਰੀਕ ਬਰਗਾੜੀ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸਾਲ ਅਸੀਂ ਯਾਦਗਾਰ ਰੱਖਦੇ ਹੈਗੇ ਆ, ਜੀ। ਅਰਦਾਸ ਕਰਦੇ ਹੈਗੇ ਆ ਜੀ ਤੇ ਉੱਥੇ ਹੁਣ ਅਸੀਂ ਅੱਗੇ ਫੈਸਲੇ ਲਵਾਂਗੇ। ਜੀ ਹਾਂਜੀ ਭਾਈ ਸਾਹਿਬ, ਇਹ ਜਿਹੜੀ ਬਾਈਬਲ ਕਲਾਂ ਗੋਲੀकांड ਹੋ ਗਿਆ, ਇਹਦੇ ਵਿੱਚ ਇੱਕ ਸਰਕਾਰ ਦੇ ਹੁੰਦੇ ਹੋਏ ਤਾਂ ਇਹ ਗੋਲੀकांड ਹੁੰਦਾ, ਪਰ ਦੂਸਰੀ ਸਰਕਾਰ ਜਿਹੜੀ ਹੋਂਦ ਦੇ ਵਿੱਚ ਆਉਂਦੀ ਹੈ, ਦੂਸਰੀ ਸਰਕਾਰ ਜਿਹੜੀ ਬਣਦੀ ਆ, ਉਹ ਇਸ ਦਾ ਆਪਾਂ ਕਹਿੰਦੇ ਆ ਵੀ ਇਹਨਾਂ ਮੁੱਦਿਆਂ ਨੂੰ ਚੱਕ ਕੇ ਸਰਕਾਰ ਬਣਾਉਂਦੇ ਨੇ ਕਾਂਗਰਸ। ਪਰ ਅਕਾਲੀ ਦਲ ਵੱਲੋਂ ਵੀ ਮੰਨ ਲਓ ਖੁਰਦ-ਬੁਰਦ ਕੀਤਾ ਜਾਂਦਾ ਤਾਂ ਹੁਣ ਵੋਟਾਂ ਦੇ ਸ਼ੁਰੂ ਦੇ ਵਿੱਚ ਆ ਕੇ ਉਹਨਾਂ ਨੇ ਫੇਰ ਚੱਕ ਲਿਆ, ਕਾਂਗਰਸ ਨੇ ਸ਼ਾਸਨ ਸਾਰਾ ਲੰਘ ਗਿਆ ਉਹਨਾਂ ਦਾ। ਕੀ ਲੱਗਦਾ ਤੁਹਾਨੂੰ ਵੀ ਦੋਵੇਂ ਸਰਕਾਰਾਂ ਦੀ ਮਿਲੀ ਭੁਗਤ ਹੈ? ਅਕਾਲੀ ਸਰਕਾਰ ਬਣੀ, ਜੀ ਜਿਹੜੇ ਅਫਸਰਾਂ ਨੇ ਕਤਲੇਆਮ ਉਰੇ ਕੀਤਾ ਸੀਗਾ, ਜੀ KPS ਗਿੱਲ, ਜੀ ਉਹਦੇ ਚਹੇਤੇ ਜਿਨ੍ਹਾਂ ਵਿੱਚੋਂ ਮੁੱਖ ਸੁਮੇਧ ਸੈਣੀ ਸੀ, ਜੀ। ਅਜ਼ਾਰ ਆਲਮ ਸੀ। ਜੀ ਅਕਾਲੀ ਦਲ ਨੇ ਸੁਮੇਧ ਸੈਣੀ ਨੂੰ DGP ਬਣਾਇਆ, ਜੀ ਅਜ਼ਾਰ ਆਲਮ ਨੂੰ ਹਲਕਾ ਇੰਚਾਰਜ ਹਾਂ ਦੇ ਨਾਰੇ ਦੀ ਧਰਤੀ ਦੇ ਉੱਤੇ ਜੀ ਬਣਾ ਕੇ ਉਹਦੀ ਘਰਵਾਲੀ ਨੂੰ MLA ਬਣਾ ਲਿਆ। ਜੀ ਇਹ ਆਪਾਂ ਕਹਿੰਦੇ ਸੀ ਕਾਂਗਰਸ ਨੇ ਕੰਮ ਕਰਾਏ ਆ, ਜੀ ਪਰ ਅਕਾਲੀ ਦਲ ਨੇ ਉਹ ਪੋਚਾ ਫੇਰਤਾ। ਇਹਨਾਂ ਦੇ ਜਿਹੜੇ ਕਤਲੇਆਮ ਨੌਜਵਾਨੀ ਦੀ ਕੀਤੀ ਸੀਗੀ, ਜੀ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਸੀ, ਜਿਹੜੀ ਕਸਟੋਡੀਅਲ ਡੈਥਸ ਹੋਏ ਸੀਗੇ, ਜੀ ਉਹ ਸਾਰੇ ਖੁਰਦ-ਬੁਰਦ ਕਰਤੇ। ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਰ-ਬਾਰ ਕਹੀ ਗਈ ਜੀ ਕਿ ਇਹਨਾਂ ਨੂੰ ਕਟਾਰਿਆਂ 'ਚ ਖੜਾ ਕੇ, ਜਿਵੇਂ ਸੰਧੂ ਜੀ ਜਿਹੜਾ ਸੀਗਾ SP, ਜੀ ਉਹਨੂੰ ਸਾਡੀ ਟੀਮ ਨੇ ਅਖੀਰ ਤੱਕ ਪਰਸਿਊ ਕਰਕੇ ਉਹਦੀ ਸਜ਼ਾ ਹੋਣ ਲੱਗੀ ਸੀ। ਉਹਦੇ ਝੂਠੀ ਮੁੱਠੀ ਉਹਨੇ ਆਤਮ ਹੱਤਿਆ ਦਿਖਾ ਕੇ ਲਾਸ਼ ਸੁੱਟ ਕੇ ਅੱਜ ਅੰਬਿਕਾ ਸਟੇਟ ਆਫ ਇੰਡੀਆ ਨੇ ਭੇਜਤਾ ਉਹਨੂੰ, ਜੀ ਉੱਥੇ ਉਹ ਰਹਿੰਦਾ ਹੈਗਾ। ਜੀ ਤੇ ਇਹ ਸਾਰਾ ਕੁਝ ਬਾਦਲ ਸਰਕਾਰ ਨੇ ਖਤਮ ਕਰਤਾ। ਜੀ ਸਾਡੇ ਧਰਮ ਦੇ ਉੱਤੇ ਤੁਸੀਂ ਦੇਖੋ, ਬਾਦਲ ਖੁਦ ਪੰਜਾਬੀ ਸੂਬੇ ਮੋਰਚੇ 'ਚ ਇੰਨਾ ਕੰਮ ਕਰਕੇ ਗਿਆ। ਜੀ ਇਹਦੀ ਸਰਕਾਰ ਨੇ RSS ਨਾਲ ਮਿਲ ਕੇ ਅੱਜ ਕੰਪਲਸਰੀ ਕਰਤਾ ਜੀ ਕਿ ਉਹ ਪੰਜਾਬੀ ਮਾਂ ਬੋਲੀ ਦੇ ਨਾਲ ਇੱਕ ਸੌਤਨ ਹਿੰਦੀ ਬਿਠਾਤੀ ਹੈਗੀ ਹੈ ਸਾਡੀ 10ਵੀਂ ਤਾਈਂ ਪੜ੍ਹਾਈ 'ਚ। ਜੀ ਠੀਕ ਹੈ ਨਾ ਜੀ? ਜੀ ਮਤਲਬ ਅਨੰਦਪੁਰ ਸਾਹਿਬ ਦਾ ਮਤਾ ਇਹਨਾਂ ਨੇ ਗਵਾਤਾ ਹੈਗਾ। ਜੀ ਇਹਨਾਂ ਨੇ RSS ਤੇ BJP ਦੀ ਸੋਚ ਇੰਨੀ ਗਹਿਰੀ ਅਪਣਾ ਲਈ ਹੈਗੀ ਹੈ। ਜੀ ਇਹ ਮਜਬੂਰਨ ਸੰਗਠ ਟੁੱਟਣ ਕਰਕੇ ਸੈਂਟਰ ਦੀ ਸਰਕਾਰ ਛੱਡ ਕੇ ਆਏ ਆ, ਨਹੀਂ ਤਾਂ ਇਹ ਨਹੀਂ ਸੀ ਕਿਤੇ ਜਾਂਦੇ। ਜੀ ਦੂਜੇ ਪਾਸੇ ਕਾਂਗਰਸ ਨੇ ਇਹਨਾਂ ਦੀਆਂ ਜਿਹੜੀਆਂ ਪੂਰੇ ਕੌਮ ਦਾ ਦਰਦ, ਪੂਰੇ ਕੌਮ ਦੇ ਉੱਤੇ ਘੱਲੂਕਾਰਾ ਹੋਏ ਦਾ, ਜੀ ਇਹਨਾਂ ਨੇ ਕੀ ਖਟਿਆ ਬਾਦਲ ਹੋਣਾ ਨੇ? ਇਹਨਾਂ ਨੇ ਚੋਰੀਆਂ, ਠੱਗੀਆਂ, ਡਰੱਗ ਮਾਫੀਆ, ਸੈਂਡ ਮਾਫੀਆ, ਜੀ ਇਹ ਸਾਰੀਆਂ ਕਮਾਈਆਂ ਕਰਕੇ, ਬੱਸਾਂ ਕਬਜ਼ਾ ਕਰਕੇ ਧਨ ਇਕੱਠਾ ਕੀਤਾ। ਜੀ ਸਾਡੇ ਸਾਰੇ ਕੌਮ ਦਾ ਦਰਦ ਇਹਨਾਂ ਨੇ ਧਨ 'ਚ ਤਬਦੀਲ ਕਰਕੇ ਐਡੇ ਮੋਟੇ ਹੋ ਕੇ ਬਹਿ ਗਏ ਆ। ਜੀ ਤੇ ਕਾਂਗਰਸ ਨੇ ਕੀ ਕੀਤਾ? ਇਹਨਾਂ ਦੇ ਉੱਤੇ ਜਿਹੜੇ ਕੇਸਿਸ ਡਿਸਪ੍ਰੋਪੋਰਸ਼ਨੇਟ ਟੂ ਨੋਨ ਸੋਰਸਿਸ ਆਫ ਇਨਕਮ ਸੀਗੇ, ਉਹ ਜਾਣ ਦਿੱਤੇ ਹੈਗੇ ਆ। ਇਹਨਾਂ ਨੇ ਲੁਧਿਆਣਾ ਸਕੈਮ 'ਚ ਜਾਣ ਦਿੱਤਾ ਹੈਗਾ। ਜੀ ਇਹ ਅੱਜ ਜੇ ਆਪ ਵੀ ਰੌਲਾ ਪਾਉਂਦੀ ਹੈ ਨਾ ਜੀ, ਜੀ ਇਹ ਕੱਲੀ ਇੱਥੇ ਦੀ ਪਾਲਿਸੀ ਨਹੀਂ ਹੈ, ਦਿੱਲੀ ਦੀ ਹੈ। ਜੀ ਦਿੱਲੀ ਕਹਿੰਦਾ ਹੈ ਕਿ ਸਾਡੇ ਨਾਲ ਜਿਹੜੇ ਸਹਿਮਤ ਹੈ ਜੀ। ਉਹਨਾਂ ਨੂੰ ਹੱਥ ਨਹੀਂ ਲਾਣਾ। ਜੀ ਪ੍ਰਧਾਨ ਸਾਹਿਬ ਨੂੰ 81 ਵਾਰੀ ਗ੍ਰਿਫਤਾਰ ਕੀਤਾ, ਕਿਸੇ ਵੀ ਕੇਸ ਦੇ ਵਿੱਚ, ਕਿਸੇ ਵੀ ਕੇਸ 'ਚ ਉਹਨਾਂ ਨੂੰ ਸਜ਼ਾ ਨਹੀਂ ਮਿਲੀ ਹੈਗੀ, ਉਹ ਬਰੀ ਹੋਏ ਆ ਸਾਰਿਆਂ 'ਚ। ਜੀ ਤੇ ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਖਾਣੀਆਂ ਪਈਆਂ, ਜਦ ਕਿ ਇਹਨਾਂ ਨੇ ਕਦੀ ਜੇਲ੍ਹ ਨਹੀਂ ਦੇਖੀ, ਨਾ ਅਮਰਿੰਦਰ ਨੇ, ਨਾ ਥੋੜੀ ਦੇਰ ਲਈ ਬਾਦਲਾਂ ਨੇ ਕੀਤੀ ਸੀ, ਪਰ ਉਹ ਵੀ ਛੱਡਤਾ ਸੀਗਾ, ਕੇਸ ਰਫਾ ਦਫਾ ਹੋ ਗਿਆ। ਜੀ
ਇਹਨਾਂ ਨੂੰ ਜੇਲ੍ਹ ਤਾਂ ਨਹੀਂ ਦੇਖਣੀ ਪੈਂਦੀ ਕਿਉਂਕਿ ਇਹ ਸਹਿਮਤ ਹੈ ਦਿੱਲੀ ਨਾਲ, ਜੀ ਸਾਨੂੰ ਦੇਖਣੀ ਪੈਂਦੀ ਹੈ ਭਾਵੇਂ ਅਸੀਂ ਕੋਈ ਕੀਤਾ ਨਹੀਂ ਹੈਗਾ, ਜੀ ਕਿਉਂਕਿ ਅਸੀਂ ਦਿੱਲੀ ਦੇ ਬਰਖਲਾਫ ਖੜ ਕੇ ਬੋਲਦੇ ਹਾਂ। ਜੀ ਭਾਈ ਸਾਹਿਬ, ਇੱਕ ਹੋਰ ਕੁਐਸਚਨ ਸੀਗਾ, ਜਦੋਂ ਸਿੱਖ ਨੌਜਵਾਨੀ ਖਾਲਿਸਤਾਨ ਕਹਿੰਦੀ ਆ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ, ਪਰ ਉੱਥੇ ਹੀ ਮੰਨ ਲਓ ਜੋ RSS ਹੈ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ ਤਾਂ ਮੰਨ ਲਓ ਸਰਕਾਰਾਂ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰਾਂ ਵੀ ਉਹਦਾ ਸਾਥ ਦਿੰਦੀਆਂ ਨੇ। ਤੁਹਾਡੇ ਸਾਹਮਣੇ ਆ ਜੀ ਜੋ ਗੱਲ ਮੈਂ ਕਹਿਣੀ ਸੀ ਤੁਸੀਂ ਕਹਿਤੀ। ਜੀ ਉਹੀ ਚੀਜ਼ ਆ, ਜੇ ਤੁਸੀਂ ਮੰਨ ਲਓ ਪ੍ਰਚਾਰ ਇਹਦਾ ਕਿਵੇਂ ਕਰਦੇ ਹੋ ਖਾਲਿਸਤਾਨ ਦੇ ਨਾਮ ਤੇ ਜੋ ਡਰਾਇਆ ਜਾਂਦਾ ਹੈ? ਨਹੀਂ, ਹੁਣ ਤਾਂ ਪ੍ਰਧਾਨ ਸਾਹਿਬ ਦੇ ਉੱਤੇ ਜਿਹੜੇ 81 ਕੇਸ ਚੱਲੇ ਸੀ ਜੀ ਉਹਨਾਂ ਵਿੱਚੋਂ ਇੱਕ ਖਾਲਿਸਤਾਨ ਕਹਿਣ ਦਾ ਕੇਸ ਸੀ, ਜਿਹੜਾ ਡਿਸਟ੍ਰਿਕਟ ਕੋਰਟ 'ਚ ਜਾ ਕੇ ਹਾਈ ਕੋਰਟ 'ਚ ਜਾ ਕੇ ਸੁਪਰੀਮ ਕੋਰਟ 'ਚ ਉਹਦਾ ਫੈਸਲਾ ਹੋਇਆ ਕਿ ਖਾਲਿਸਤਾਨ ਦਾ ਨਾਰਾ ਲਾਣਾ ਜੀ ਕੋਈ ਜ਼ੁਲਮ ਨਹੀਂ ਹੈਗਾ। ਜੀ ਉਹਦੇ ਬਾਅਦ ਹੁਣ ਸਰਕਾਰ ਤੁਹਾਨੂੰ ਨਹੀਂ ਰੋਕ ਸਕਦੀ, ਉਹਦੀ ਕੋਰਟ ਦੀ ਜਿਹੜੀ ਫਾਈਂਡਿੰਗ ਹੈ ਜੀ। ਉਹ ਲਿਆ ਕੇ ਤੁਸੀਂ ਪੁਲਿਸ ਦੇ ਸਾਹਮਣੇ ਰੱਖ ਦਿਓ। ਜੀ ਸਿੰਪਲੀ ਜੇ ਹੋਰ ਕੁਛ ਨਾ ਤੁਸੀਂ ਕਰੋ, ਜੀ ਖਾਲਿਸਤਾਨ ਕਹਿਣਾ ਜੀ ਇਜ਼ ਨਾਟ ਅਗੇਂਸਟ ਐਨੀਥਿੰਗ। ਪਰ ਆਮ ਲੋਕਾਂ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਬਹੁਤ ਘੱਟ ਹੋਇਆ। ਅਸੀਂ ਤਾਂ ਕਰਦੇ ਆਂ, ਅਸੀਂ ਕਹਿੰਦੇ ਵੀ ਆਂ, ਲੋਕ ਦੇਖਦੇ ਵੀ ਆਂ, ਹੋਰ ਕੌਣ ਕਹਿਣ ਵਾਲਾ ਹੈ? ਨਹੀਂ ਆਮ ਪ੍ਰਚਾਰਕ ਤਾਂ ਅਸੀਂ ਹੋਏ, ਹਾਂਜੀ ਹੋਰ ਕੌਣ ਹੋ ਸਕਦਾ? ਜੀ ਸੋ ਇਸ ਦੇ ਨਾਲ ਹੀ ਮੰਨ ਲਓ ਅੱਗੇ 2022 ਦੀਆਂ ਚੋਣਾਂ ਆਉਂਦੀਆਂ ਨੇ, ਤੁਹਾਡੀ ਪਾਰਟੀ ਅੱਗੇ ਆਊਗੀ ਜਾਂ SGPC ਦੀਆਂ ਚੋਣਾਂ ਵੀ ਆਉਂਦੀਆਂ ਨੇ? ਅਸੀਂ ਕੋਈ ਚੋਣ ਨਹੀਂ ਛੱਡਿਆ। ਜੀ ਸਾਡੀ ਪਾਰਟੀ ਨੇ ਜਮਹੂਰੀਅਤ, ਅਮਨ ਪਸੰਦ ਤਰੀਕਾ ਕਿਤੇ ਨਹੀਂ ਛੱਡਿਆ। ਜੀ ਅਸੀਂ ਪੰਚਾਇਤ ਦੀ, ਪੰਚ ਦੀ, MC ਦੀ, ਜੀ ਜਿਹੜੇ ਆਪਣੇ ਜ਼ਿਲ੍ਹਾ ਪਰਿਸ਼ਦ, ਬਲਾਕ ਸੰਮਤੀ, ਜਿਹੜੇ ਵੀ ਚੋਣ ਆਉਂਦੇ ਆ, ਜੀ ਅਸੀਂ ਹਰੇਕ ਕੋਸ਼ਿਸ਼ ਕਰਦੇ ਹਾਂ ਜਿੱਥੇ ਤੱਕ ਸਾਡੀ ਆਰਥਿਕਤਾ ਹੈਗੀ ਜੀ ਹਰੇਕ ਚੋਣ 'ਚ ਹਿੱਸਾ ਲਈਏ। ਜੀ ਠੀਕ ਹੈ ਨਾ ਜੀ। ਐਤਕਾਂ ਸੰਗਤ ਦੇ ਸਾਹਮਣੇ ਅਸੀਂ ਫੇਰ ਆਵਾਂਗੇ। ਜੀ ਅਸੀਂ ਸੰਗਤ ਨੂੰ ਬਾਰ-ਬਾਰ ਸੁਚੇਤ ਕਰਦੇ ਆਂ, ਇਹ ਗੱਲਾਂ ਕਹਿੰਦੇ ਆਏ ਆਂ। ਜੀ ਕੱਲ ਸੰਗਤ ਇਹ ਨਹੀਂ ਕਹਿ ਸਕਦੀ ਹੈਗੀ ਕਿ ਉਹ ਬਾਦਲ ਬਹੁਤ ਮਾੜਾ ਸੀ, ਉਹਨੇ ਝੂਠਾ ਸਾਨੂੰ ਵਾਅਦਾ ਕਰਕੇ ਬਣਾਤਾ। ਅਸੀਂ ਹਰੇਕ ਇਲੈਕਸ਼ਨ 'ਚ ਜਾ ਕੇ ਦੱਸ ਕੇ ਆਏ ਆਂ ਬਾਦਲ ਨੇ ਕੀ ਠੱਗੀਆਂ ਥੋੜੀਆਂ ਕੀਤੀਆਂ, ਜੀ ਅਮਰਿੰਦਰ ਨੇ ਕੀ ਕੀਤੀਆਂ ਹੈਗੀਆਂ, ਕਾਂਗਰਸ ਨੇ ਕੀ ਕੀਤੀਆਂ ਹੈਗੀਆਂ। ਜੀ ਲੋਕਾਂ ਤੱਕ ਪ੍ਰਚਾਰ ਅਸੀਂ ਕਰਤਾ ਹੈਗਾ, ਜੀ ਪਰ ਲੋਕ ਇਹਨੇ ਡਰੇ ਹੋਏ ਸੀ ਸੈਂਟਰ ਤੋਂ, ਇਹਨਾਂ ਘਬਰਾਉਂਦੇ ਸੀਗੇ ਕਿ ਪਤਾ ਨਹੀਂ ਇਹਨੇ ਕੀ ਕਰ ਦੇਣਾ ਕੀ ਨਹੀਂ ਕਰ ਦੇਣਾ। ਜੀ ਹੁਣ ਜਾ ਕੇ ਲੋਕ ਥੋੜੇ ਜਿਹੇ ਖੁੱਲੇ ਆ ਤੇ ਮੈਨੂੰ ਲੱਗਦਾ ਕਿ ਸ਼ਾਇਦ ਐਤਕੀ ਸੁਣ ਲੈਣ। ਜੀ ਇਹ ਕਿਸਾਨੀ ਅੰਦੋਲਨ ਦੇ ਵਿੱਚ ਤੇ ਤੁਹਾਡੀ ਪਾਰਟੀ ਦੀ ਇਨਵੋਲਵਮੈਂਟ ਤੇ ਕਿਸਾਨੀ ਅੰਦੋਲਨ ਦਾ ਭਵਿੱਖ ਕੀ ਦੇਖਦੇ ਹੋ? ਕਿਸਾਨੀ ਅੰਦੋਲਨ ਦੇ ਵਿੱਚ ਅਸੀਂ ਮੁੱਢ ਤੋਂ ਕੰਮ ਕਰਦੇ ਆਏ ਹਾਂ। ਤੁਹਾਨੂੰ ਪਤਾ ਹੋਣਾ ਇੱਥੇ ਬਰਨਾਲੇ ਲਵੇ ਜਿਹੜੀ ਫੈਕਟਰੀ ਟਰਾਈਡੈਂਟ ਦੀ ਲੱਗੀ ਹੈ, ਉਹਦੇ ਵਿੱਚ ਲੈਂਡ ਐਕੁਇਜ਼ੀਸ਼ਨ ਹੋਣੀ ਸੀਗੀ। ਅਮਰਿੰਦਰ ਨੇ ਪੁਲਿਸ ਦੀ ਫਾਇਰਿੰਗ ਕਰਾਈ। ਉਸ ਪੁਲਿਸ ਦੀ ਫਾਇਰਿੰਗ ਜਦ ਜ਼ਮੀਨ ਤੇ ਹੋਈ, ਸਾਡਾ ਪ੍ਰਧਾਨ ਉੱਥੇ ਮੂਹਰੇ ਖੜਾ ਸੀ, ਰਬੜ ਦੀਆਂ ਗੋਲੀਆਂ ਮਾਰੀਆਂ, ਫੱਟੜ ਕੀਤੇ, ਤੇ ਉਸ ਸੰਘਰਸ਼ ਚੋਂ ਨਿਕਲ ਕੇ ਫਿਰ ਜਾ ਕੇ ਲੈਂਡ ਐਕੁਇਜ਼ੀਸ਼ਨ ਐਕਟ ਪਾਸ ਕੀਤਾ ਗਿਆ, ਜਿਸ ਤਹਿਤ ਹੁਣ ਜ਼ਮੀਨ ਦਾ ਪੂਰਾ ਮੁੱਲ ਇਹਨਾਂ ਨੂੰ ਦੇਣਾ ਪੈਂਦਾ ਹੈਗਾ। ਪਰ ਅਮਰਿੰਦਰ ਇਹਦੇ ਹੱਕ 'ਚ ਨਹੀਂ ਸੀ, ਉਹ ਤਾਂ ਖੋਣਾ ਚਾਹੁੰਦਾ ਸੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਬਾਰਡਰ ਏਰੀਆ ਦੀ, ਅਸੀਂ ਬੇਅੰਤ ਰੈਲੀਆਂ ਬਾਰਡਰਾਂ ਤੇ ਜਾ ਕੇ ਕਿਹਾ ਕਿ ਤੁਸੀਂ ਬਾਰਡਰ ਖੋਲੋ, ਇੱਥੇ ਸਾਨੂੰ ਘੱਟ ਰੇਟ ਮਿਲਦੇ ਆ, ਇੱਥੇ ਅੰਬਾਨੀ ਅਦਾਨੀ ਲੁੱਟਣ ਨੂੰ ਆ ਗਏ। ਜਿਹੜਾ ਸਾਡਾ ਸਮਾਨ ਇੱਥੋਂ ਜਾ ਕੇ ਲੱਦ ਕੇ ਟਰੱਕਾਂ 'ਚ ਗੁਜਰਾਤ ਦੇ ਵੇਅਰ ਹਾਊਸ 'ਚ ਜਾ ਕੇ ਗੁਜਰਾਤ ਵੇਅਰ ਹਾਊਸ ਨੂੰ ਪੈਸੇ ਦੇ ਕੇ, ਕਿਸ਼ਤੀ ਤੇ ਲੱਦ ਕੇ, ਲਦਾਈ ਦੇ ਪੈਸੇ ਦੇ ਕੇ, ਕਿਸ਼ਤੀ ਦੇ ਪੈਸੇ ਦੇ ਕੇ, ਗੁਜਰਾਤੀ ਫਿਰ ਕਿਸ਼ਤੀ ਲੈ ਕੇ UAE ਜਾਂਦਾ ਹੈਗਾ, ਦੁਬਈ ਜਾਂਦਾ ਹੈਗਾ, ਉੱਥੇ ਲਾ ਕੇ ਉਹ ਪੈਸੇ ਦੇ ਕੇ ਉੱਥੇ ਸਟੋਰ ਕਰਕੇ ਫਿਰ ਚੱਕ ਕੇ ਈਰਾਨ, ਪਾਕਿਸਤਾਨ ਤੇ ਉੱਥੋਂ ਜਾਂਦੀ ਹੈਗੀ ਹੈ। ਆਹ ਵਾਘਾ ਹੈ, ਉਹਦੇ ਪਾਰ ਪਾਕਿਸਤਾਨ, ਉਸ ਤੋਂ ਪਾਰ ਅਫਗਾਨਿਸਤਾਨ ਹੈਗਾ। ਉਹ ਸਿੱਧਾ ਪੰਜਾਬ 'ਚੋਂ ਕਿਉਂ ਨਾ ਜਾਏ? ਇਹ ਤਾਂ ਪੰਜਾਬ ਨੂੰ ਨਹਿਰੂ ਨੇ ਲਾਹੌਰ, ਜਿਹੜਾ ਸਿੱਖਾਂ ਦਾ ਕੈਪੀਟਲ ਸੀਗਾ, ਉਹ ਐਜ਼ ਪਰ ਡਿਮਾਰਕੇਸ਼ਨ ਹਿੰਦੂ ਸਿੱਖ ਮੈਜੋਰਿਟੀ ਏਰੀਆ ਸੀ, ਉਹ ਵੀ ਇਹਨਾਂ ਨੂੰ ਦੇਤਾ। ਇਹ ਤਾਂ ਜਿਵੇਂ ਕਿਸੇ ਨੂੰ ਅਧਰੰਗ ਹੋ ਜਾਏ ਨਾ, ਇੱਕ ਪਾਸਾ ਜਮਾਂ ਹੀ ਜਾਮ ਕਰਤਾ, ਵੈਸਟ ਪਾਕਿਸਤਾਨ, ਈਸਟ ਪਾਕਿਸਤਾਨ ਕਰਤਾ ਹੈਗਾ। ਸਾਨੂੰ ਤਾਂ ਜਾਮ ਕਰਕੇ ਉਰੇ ਫਸਾਤਾ ਹੈਗਾ। ਅਸੀਂ ਆਪਣੇ ਮਾਰਕੀਟ ਪੁਰਾਣੇ ਕਿਉਂ ਨਹੀਂ ਉੱਥੇ ਲੈ ਕੇ ਜਾ ਸਕਦੇ? ਅਸੀਂ ਬਾਰਡਰਾਂ ਤੇ ਖੜ ਖੜ ਕੇ ਅਪੀਲਾਂ ਕੀਤੀਆਂ, ਜਿਹੜੀਆਂ ਇੰਡੀਅਨ ਇਕਨੋਮਿਸਟ ਦੀ ਸਟੱਡੀਜ਼ ਆ, ਕਹਿੰਦੀਆਂ 4% ਇੰਡੀਅਨ ਦੀ ਇਕਨੋਮੀ ਵੱਧ ਸਕਦੀ ਹੈ ਜੇ ਬਾਰਡਰ ਖੁੱਲੇ। ਠੀਕ ਹੈ ਨਾ ਜੀ। ਅਸੀਂ ਉੱਥੇ ਜਾ ਕੇ ਕਿਸਾਨੀਆਂ ਦੇ ਪੱਖ 'ਚ ਮੋਰਚੇ ਲਾਏ ਆ। ਇੱਥੇ ਗੰਨੇ ਦੇ ਮਿੱਲ
ਸਾਡਾ ਪੈਸਾ ਲੈ ਕੇ ਰੋਕੀ ਜਾਂਦੇ ਸੀਗੇ। ਮੈਂ ਖੁਦ ਸਿਆਲ 'ਚ ਜਾ ਕੇ ਸਲਾਣਾ ਮਿਲ ਦੇ ਉੱਥੇ ਧਰਨੇ ਲਾ ਕੇ ਹਫਤੇ ਦੇ 3-4 ਦਿਨ ਉਹ ਮਿਲ ਤੋਂ ਪੈਸੇ ਜ਼ਿਮੀਂਦਾਰਾਂ ਦੇ ਆਪਾਂ ਦਵਾਏ ਆ। ਮੰਡੀਆਂ 'ਚ ਜਾ ਕੇ ਅਸੀਂ ਮੰਡੀਕਰਨ ਜਿਹੜੀ ਰੁਕ ਜਾਂਦੀ ਸੀ ਉਹਦੇ ਵਿੱਚ ਆਏ ਸਾਲ ਅਸੀਂ ਜਾਂਦੇ ਆ। ਆਹ ਮੇਰੇ ਪਿੱਛੇ ਤੁਸੀਂ ਦੇਖੋਗੇ ਖੰਭਾ ਲੱਗਿਆ, ਇਹ ਲਾਈਨ ਸਾਡੀ ਪਿੱਛੋਂ ਰਾਜਪੁਰੇ ਤੋਂ ਆਉਂਦੀ ਹੈ। ਸਾਡੀ ਸਾਰੀ ਕੰਸਟੀਚੁਐਂਸੀ ਤੋਂ ਕੱਟਦੇ ਹੋਏ ਇਹ ਤਾਰਾਂ ਦੀ ਲਾਈਨ ਇੱਥੇ ਆਉਂਦੀ ਹੈ। ਉਹ ਲਾਈਨ ਜਦ ਉਰੇ ਲੱਗੀ ਸੀਗੀ ਮੈਂ ਤਾਂ ਨਹੀਂ ਆਗਿਆ ਦਿੱਤੀ, ਸਾਡੀ ਪਾਰਟੀ ਨੇ ਉੱਥੇ ਇਕੱਠ ਕਰਕੇ ਬਿਲਕੁਲ ਪੁਲਿਸ ਦਾ ਮੁਕਾਬਲਾ ਕੀਤਾ। ਸਾਨੂੰ ਫੜਿਆ ਵੀ ਗਿਆ, ਸਾਡੇ ਉੱਤੇ ਕੇਸ ਵੀ ਚਲਾਏ ਗਏ, ਸਾਨੂੰ ਉਹਦੇ ਵਿੱਚ ਮਾਰਿਆ ਕੁੱਟਿਆ ਵੀ ਗਿਆ। ਹੁਣ ਮੈਨੂੰ ਤੁਸੀਂ ਦੱਸੋ, ਜੇ ਆ ਮੇਰੀ ਜ਼ਮੀਨ ਹੈ ਇਹਦੇ ਉੱਤੋਂ ਤਾਰ ਕੋਈ ਲਾ ਦੇ, ਠੀਕ ਹੈ ਨਾ, ਜਿਹੜੀ ਮੇਰੀ ਜ਼ਮੀਨ ਸਰਹੰਦ ਦੇ ਵਿੱਚ ਕਰੋੜ ਰੁਪਏ ਕਿੱਲੇ ਦੀ ਸੀਗੀ ਉਹ ਇੱਕਦਮ 20 ਲੱਖ ਦੀ ਬਣ ਗਈ, ਕਿਉਂਕਿ ਉੱਥੇ ਮੈਂ ਕੋਈ ਬਣਾ ਹੀ ਨਹੀਂ ਸਕਦਾ ਹੈਗਾ। ਮੈਨੂੰ ਤਾਂ ਲੁੱਟ ਲਿਆ, ਫਿਰ ਮੈਨੂੰ ਪੈਸੇ ਹੀ ਨਹੀਂ ਦਿੰਦੇ। ਹੁਣ ਹੋਰਾਂ ਨੂੰ ਜਿਹੜੀ ਪੈਸੇ ਮਿਲੇ ਆ, ਇਹ ਲਾਈਨ ਆਪਣੇ ਉਹ ਜੂਨਪੁਰੇ ਤੋਂ ਆ ਰਹੀ ਹੈ ਪਿੱਛੋਂ। ਜ਼ਿਮੀਂਦਾਰਾਂ ਨੂੰ ਜਿਹੜੇ ਪੈਸੇ ਦਿੱਤੇ ਆ, ਕਿਸ ਲਈ ਦਿੱਤੇ ਆ? ਕਹਿੰਦੇ ਆ ਕਿ ਜਿਹੜੀ ਫਸਲ ਦੀ ਮਾਰ ਹੈ ਉਹਦੇ ਪੈਸੇ ਅਸੀਂ ਭਰਾਂਗੇ। ਕਿਸੇ ਨੂੰ ਲੱਖ 2 ਲੱਖ ਕੁਛ ਦੇਤਾ। ਜਿੱਦਣ ਖੰਭਾ ਮੇਰੇ ਖੇਤ 'ਚ ਲਾਇਆ ਇਹੀ ਦਿਨ ਸੀਗੇ, ਮੇਰੇ ਖੇਤ 'ਚ ਕੋਈ ਫਸਲ ਨਹੀਂ ਸੀ ਖੜੀ। ਮੈਨੂੰ ਕਹਿ ਹਟੇ ਅਸੀਂ ਤੈਨੂੰ 5 ਲੱਖ ਦੇ ਦੇਵਾਂਗੇ, ਤੈਨੂੰ 2 ਲੱਖ ਹੋਰਾਂ ਨੂੰ ਦਿੱਤਾ, ਤੈਨੂੰ 5 ਦਿੰਦੇ, ਤੂੰ ਖੰਭਾ ਲਾ ਲੈਂਦੇ। ਮੈਂ ਮੰਨਿਆ ਨਹੀਂ। ਜਿੱਦਣ ਖੰਭਾ ਲਾਉਂਦੇ ਸੀ ਉਸ ਦਿਨ ਵੀ ਮੈਨੂੰ ਕਿਹਾ ਤੂੰ ਪੈਸੇ ਲੈ ਲੈ। ਮੈਂ ਕਿਹਾ ਮੈਨੂੰ ਦੱਸੋ ਮੇਰੀ ਫਸਲ ਕਿਹੜੀ ਖੜੀ ਹੈ? ਇੱਦਾਂ ਹੀ ਮੇਰੀਆਂ ਪੈਲੀਆਂ ਬੰਜਰ ਖੜੀਆਂ ਸੀਗੀਆਂ, ਕੁਛ ਨਹੀਂ ਲੱਗਿਆ ਸੀ, ਕਣਕ ਲਾ ਗਈ, ਜੀਰੀ ਲੱਗਣੀ ਨਹੀਂ ਹਜੇ। ਮੈਂ ਕਿਹਾ ਜੀ ਐਕਟ ਕਹਿੰਦਾ ਹੈ ਕਿ ਤੁਹਾਨੂੰ ਫਸਲ ਦਾ ਡੈਮੇਜ ਦੇਣਾ, ਮੈਨੂੰ ਦੱਸੋ ਕਿਹੜਾ ਮੈਨੂੰ ਡੈਮੇਜ ਹੋਇਆ ਹੈਗਾ? ਮੈਨੂੰ 1 ਪੈਸਾ ਨਹੀਂ ਮਿਲਿਆ। ਸਰਕਾਰ ਮੇਰੀ ਜ਼ਮੀਨ ਨੂੰ ਤਬਾਹ ਕਰ ਗਈ ਹੈ। ਮੈਂ ਜ਼ਿਮੀਂਦਾਰ ਹਾਂ, ਮੇਰੀ ਜ਼ਮੀਨ ਨੂੰ ਖਾ ਗਈ ਹੈ। ਮੈਨੂੰ ਵੇਚਣੀ ਪਈ ਹੈ ਮਜਬੂਰਨ। 10 ਕਿੱਲੇ ਮੈਂ ਵੇਚੇ ਆ ਕਿਉਂਕਿ ਮੇਰੇ ਕਰਜ਼ੇ ਇੰਨੇ ਚੜ ਗਏ ਸੀਗੇ। ਇਹ ਪੰਥ ਦੇ ਨਾਲ ਇਹ ਐਂ ਕਰਦੇ ਆ। ਬਾਦਲ ਨੇ ਖੁਦ ਚਿੱਠੀ ਲਿਖੀ ਹੈ, ਮੈਂ ਤੁਹਾਨੂੰ ਚਿੱਠੀ ਦਿਖਾਊਂਗਾ ਕਿ ਮਾਨ ਦੀ ਪੈਲੀ ਦੇ ਵਿੱਚ ਜਾ ਕੇ ਖੰਭੇ ਲਾ ਕੇ ਆ। ਜੇ ਤੁਸੀਂ ਇਹ ਲਾਈਨ ਨੂੰ ਉੱਥੋਂ ਜਾ ਕੇ ਦੇਖੋ, ਲਾਈਨ ਐ ਆਉਂਦੀ ਹੈ ਤੇ ਇਹ ਖੰਭਾ ਲਾਈਨ ਨੂੰ ਤੋੜ ਕੇ ਇੱਧਰ ਇੱਥੇ ਮੇਰੀ ਖੇਤ 'ਚ ਲਾ ਕੇ ਫੇਰ ਐ ਮੁੜਿਆ, ਜਿਵੇਂ ਐ ਵਿੰਗ ਪਾ ਕੇ ਮੇਰੇ ਖੇਤ 'ਚ ਲਾ ਕੇ ਗਿਆ ਬਾਦਲ। ਇਹ ਸਿਆਸੀ ਰੰਜਿਸ਼ ਦੇ ਚੱਲਦੇ ਆ? ਮੈਨੂੰ ਕੋਈ ਪਤਾ ਨਹੀਂ ਸਰ ਸਾਹਿਬ, ਮੈਨੂੰ ਇਹ ਪਤਾ ਹੈ ਕਿ ਮੈਨੂੰ ਇਹਦਾ 1 ਪੈਸੇ ਨਹੀਂ ਮਾਰਿਆ ਦਿੱਤਾ। ਇਹਨਾਂ ਨੇ ਮੇਰੀ ਜਾਇਦਾਦ ਤੋੜੀ ਹੈ, ਇਹਨਾਂ ਨੇ ਲੁੱਟ ਕੀਤੀ ਹੈਗੀ ਹੈ ਤੇ ਮੈਂ ਜ਼ਿਮੀਂਦਾਰ ਹਾਂ। ਉਸ ਦਿਨ ਜਿਹੜੇ ਬੰਦੇ ਮੇਰੇ ਨਾਲ ਖੜੇ ਆ ਮੈਨੂੰ ਯਾਦ ਹੈ, ਪਰ ਉਦੋਂ ਕਿਸੇ ਵੀ ਹੋਰ ਬੰਦੇ ਨੇ ਆ ਕੇ ਕੁਝ ਕਿਹਾ ਨਹੀਂ ਹੈਗਾ, ਜਦ ਕਿ ਲੜਾਈ ਮੇਰੀ ਨਹੀਂ ਸੀ ਕੱਲੀ। ਇੱਥੋਂ ਤੋਂ ਲੈ ਕੇ ਜੰਮੂ ਤੱਕ ਇਹ ਮਾਰ ਦੀ ਆਈ ਹੈ ਇਹ ਲਾਈਨ। ਇਹਨਾਂ ਨੇ ਲੋਕਾਂ ਨੂੰ ਤਬਾਹ ਕਰਤਾ ਹੈਗਾ, ਲੁੱਟ ਕੇ ਸਾਡੀਆਂ ਜ਼ਮੀਨਾਂ ਲੈ ਗਏ ਆ। ਹੁਣ ਇਹ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੁੱਟ ਪਾਉਣ ਤੇ ਆਏ ਹੋਏ ਹੈਗੇ ਆ। ਇਹਨਾਂ ਵਾਸਤੇ ਆਪਾਂ ਨੂੰ ਬਹੁਤ ਡਟ ਕੇ ਖੜਨਾ ਪੈਣਾ। ਆ ਜਿਹੜੇ ਖੜਨ ਜੋਗੇ ਨਹੀਂ ਹੈਗੇ, ਇਹਨਾਂ ਦੀ ਬਸ ਦੀ ਗੱਲ ਨਹੀਂ ਹੈਗੀ। ਮੈਂ ਹੈਰਾਨ ਹੈ ਇੰਨੀ ਸਾਰੀ ਵੋਟ ਸਾਡੇ ਐਮਐਲਏ ਨੂੰ ਨਾਗਰੇ ਨੂੰ ਪਈ ਹੈ, ਇੰਨੀ ਵੋਟ ਲੈ ਕੇ ਗਿਆ। ਤੇ ਜਿੱਦਣ ਸਰਕਾਰ ਨੇ ਆ ਫਾਰਮ ਐਕਟ ਦਿੱਤੇ ਆ, ਉਸ ਦਿਨ ਸਾਡੀ ਲੈਜਿਸਲੇਟਿਵ ਅਸੈਂਬਲੀ 'ਚ ਇਹਨੇ ਜਾ ਕੇ ਸਾਡੇ ਪੱਖ 'ਚ ਬੋਲਣਾ ਸੀ। ਦਿੱਲੀ ਜਾ ਕੇ ਬਤੌਰ ਐਮਐਲਏ ਨੇ ਖੜ ਕੇ ਆਪਣੇ ਪੱਖ 'ਚ ਬੋਲਣਾ ਸੀ। ਤੇ ਨਾਗਰਾ ਕੀ ਕਹਿੰਦਾ? ਮੈਂ ਆਪਣਾ ਅਸਤੀਫਾ ਦਿੰਦਾ। ਜੇ ਭਰਾਵਾ ਤੈਨੂੰ ਇੰਨੀ ਵੋਟ ਪੈ ਕੇ ਅਸਤੀਫੇ ਹੀ ਦੇਣੇ ਆ, ਫਿਰ ਖੜੇ ਕਿਉਂ? ਕੈਪਟਨ ਸਾਹਿਬ ਨੇ ਵੀ ਕਿਹਾ ਸੀ ਮੈਂ ਅਸਤੀਫਾ ਜੇਬ 'ਚ ਪਾਈ ਫਿਰਦਾ। ਫਿਰ ਤੁਸੀਂ ਬਣੇ ਕਿਉਂ? ਜੇ ਤੁਸੀਂ ਬੋਲ ਨਹੀਂ ਸਕਦੇ ਹੈਗੇ, ਜੇ ਆਪਣਾ ਅਹੁਦਾ ਨਹੀਂ ਵਰਤ ਸਕਦੇ, ਫਿਰ ਤੁਸੀਂ ਖੜੇ ਕਿਉਂ? ਅਸਲ 'ਚ ਭਾਈ ਸਾਹਿਬ ਤੁਹਾਡੀ ਡਿਊਟੀ ਹੈ ਆਪਣੇ ਜਾ ਕੇ ਗਵਾਹੀ ਕਰਨਾ, ਪਰ ਇੱਥੇ ਤਾਂ ਹੱਥ ਖੜੇ ਕਰਨ ਵਾਲਾ ਹੀ ਹੈ ਕਾਂਗਰਸੀ। ਤੇ ਭਾਈ ਸਾਹਿਬ ਜਿਹੜੇ ਦੀਪ ਸਿੱਧੂ ਤੇ ਲੱਖੇ ਸਿਧਾਣੇ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਆ, ਸਰਕਾਰ ਦੀ ਵੀ ਚੱਲ ਰਹੀ ਆ, ਤਾਂ ਕਿਸਾਨ ਲੀਡਰ ਵੀ ਉਹਨਾਂ ਤੇ ਤੌਹਮਤਾਂ ਲਗਾ ਰਹੇ ਨੇ। ਤੁਹਾਨੂੰ ਕੀ ਲੱਗਦਾ ਹੈ ਵੀ ਉਹ ਸਹੀ ਕੌਣ ਆ ਤੇ ਗਲਤ ਕੌਣ ਆ? ਸਹੀ ਕੌਣ ਹੈ? ਭਗੇਲ ਸਿੰਘ ਜੀ, ਮਿਸਲਦਾਰ ਭੰਗੀਆਂ ਦਾ, ਜਦ ਮੁਗਲ ਹਕੂਮਤ ਵੱਢਦੀ ਸੀ ਹਿੰਦੂਆਂ ਨੂੰ ਸਿੱਖਾਂ ਨੂੰ, 30,000 ਘੋੜਸਵਾਰ ਲੈ ਕੇ ਇੱਥੋਂ ਦਿੱਲੀ ਗਿਆ, ਫਤਿਹ ਕੀਤਾ। ਕਿਹੜੀ ਥਾਂ?
ਲਾਲ ਕਿਲੇ ਦੇ ਸਾਹਮਣੇ ਉਹ ਲੱਗਿਆ 30 ਹਜ਼ਾਰੀ ਗੇਟ ਬਣਾਇਆ। ਜੀ ਗੁਰਦੁਆਰਾ ਬੰਗਲਾ ਸਾਹਿਬ, ਰਕਾਜਗੰਜ ਸਾਹਿਬ, ਜਿੱਥੇ ਜਿੱਥੇ ਮਾਰਿਆ ਵੱਢਿਆ ਸੀ ਸਿੱਖਾਂ ਨੂੰ, ਜੀ ਜਿੱਥੇ ਸਿੱਖਾਂ ਦੀ ਰਿਹਾਇਸ਼ ਰਹੀ ਹੈ, ਜੀ ਉੱਥੇ ਜਾ ਕੇ ਗੁਰੂ ਕੇ ਘਰ ਬਣਾ ਕੇ ਆਇਆ, ਜੀ ਦਿੱਲੀ ਫਤਿਹ ਕਰਕੇ ਆਇਆ। ਜੀ ਜਿਹੜੇ ਲਾਲ ਕਿਲੇ ਤੇ ਜੀ ਕਾਜ਼ੀ ਨੇ ਖੜ ਕੇ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਨਾਂ ਦੇ ਬਰਖਲਾਫ ਹੁਕਮ ਕਰਕੇ ਉਹਨਾਂ ਦਾ ਸੀਸ ਵੜਾਇਆ। ਜੀ ਜਿੱਥੋਂ ਪੱਥਰ ਚੱਕ ਕੇ ਸਿੱਖਾਂ ਨੇ ਗੁਰਦੁਆਰਾ ਉਰੇ ਬਣਾਇਆ, ਜੀ ਉਹ ਲਾਲ ਕਿਲੇ ਦੇ ਵਿੱਚ ਜੀ ਭਾਰਤ ਸਰਕਾਰ ਨੇ ਕੀ ਖੜਾ ਕੀਤਾ ਹੈ? ਟੌਰਚਰ ਚੈਂਬਰ। ਟੌਰਚਰ ਚੈਂਬਰ ਜਿਹੜੇ ਸਾਈਕੋਲੋਜੀਕਲ ਟੌਰਚਰ ਕਰਦੇ ਆ, ਸੀਆਈਏ ਸਟਾਫ 'ਚ ਕੀ ਕਰਦੇ ਆ, ਜੀ ਜਿਹੜਾ ਵੀ ਬੰਦਾ ਉਰੇ ਆਉਂਦਾ ਉਹਨੂੰ ਮਾਰ ਕੁੱਟ ਕੇ ਮਨਾਉਂਦੇ ਆ। ਜੀ ਜੇ ਉਹ ਮੰਨੇ ਨਾ, ਜੀ ਜੇ ਉਹਦੀ ਸੋਚ ਤਗੜੀ ਹੋਏ, ਜੀ। ਫਿਰ ਕਹਿੰਦੇ ਆ ਕਿ ਤੈਨੂੰ ਲਾਲ ਕਿਲੇ ਭੇਜਾਂਗੇ। ਉੱਥੇ ਜਿਹੜਾ ਟੌਰਚਰ ਹੁੰਦਾ ਉੱਥੇ ਰਾਸ਼ਟਰਪਤੀ ਵੀ ਨਹੀਂ ਰੋਕ ਸਕਦਾ। ਜੀ ਜਿੱਥੇ ਅੱਜ ਮੁਗਲ ਹਕੂਮਤ ਤੇ ਸੋਚ ਦੇ ਉੱਤੇ ਟੌਰਚਰ ਚੈਂਬਰ ਉਹਨਾਂ ਨੇ ਬਣਾਏ ਹੋਏ ਆ, ਜੀ ਉਹ ਲਾਲ ਕਿਲੇ ਦੇ ਉੱਤੇ ਜੀ ਜਿਹਨੇ ਦਿੱਲੀ ਮੁਕਤ ਕੀਤਾ ਸੀ ਕੇਸਰੀ ਝੰਡੇ ਦੇ ਥੱਲੇ, ਜੀ ਉਹ ਝੰਡਾ ਅੱਜ ਇਸ ਦੇਸ਼ ਨੂੰ ਨਫ਼ਰਤ ਲੱਭ ਜਾਂਦੀ ਹੈ ਉਹਦੇ ਨਾਲ। ਜੀ ਦੀਪ ਸਿੱਧੂ ਨੇ ਕੀਤਾ ਕੀ ਹੈ? ਜੀ ਉਹ ਹੱਕ ਸੱਚ ਦੇ ਰਾਖੇ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਜਿਹਦੇ ਅੱਜ ਮਾਲਕ ਹਨ, ਜੀ ਉਹਨਾਂ ਨੇ ਲਾਹੌਰ 'ਚ ਪੰਚਮ ਪਿਤਾ ਗਵਾਤੇ। ਜੀ ਨੌਵੇਂ ਪਾਤਸ਼ਾਹ ਨੇ ਦਿੱਲੀ ਜਿਹੜੇ ਕਿਲੇ ਤੋਂ ਤੁਸੀਂ ਕਹਿੰਦੇ ਹੋ ਕਿ ਝੰਡਾ ਜੀ ਲਹਿਰਾਇਆ, ਉੱਥੇ ਮਾਨ ਹੋਇਆ, ਜੀ ਉੱਥੋਂ ਉਹਨਾਂ ਦੇ ਮਰਡਰ ਦੇ ਹੁਕਮ ਹੋਏ ਹੋਣ। ਜੀ ਜਿਹੜੇ ਸਿੰਘ ਗੁਰੂ ਗੋਬਿੰਦ ਸਿੰਘ ਨੇ ਜੀ ਆਪਣੀ ਮਾਤਾ ਪਿਤਾ ਜੀ 4 ਸਪੁੱਤ ਤਕਰੀਬਨ 20-22 ਆਪਣੇ ਫੈਮਿਲੀ ਦੇ ਮੈਂਬਰ ਹੱਕ ਹਕੂਕ ਤੇ ਪਹਿਰਾ ਦੇਣ ਵਾਸਤੇ ਮਰਵਾਤੇ ਹੋਣ, ਜੀ ਉਹਦਾ ਝੰਡਾ ਅੱਜ ਤੁਹਾਨੂੰ ਨਫ਼ਰਤ ਭਰਿਆ ਲੱਗਦਾ? ਜੀ ਜਿਹੜਾ ਮੁਲਕ ਜ਼ਿਮੀਂਦਾਰਾਂ ਦੇ ਹੱਕ ਦੇ ਨੂੰ ਕੁਚਲਣਾ ਚਾਹੁੰਦਾ ਹੈ, ਜੀ ਉਹਦੇ ਉੱਤੇ ਜੇ ਕੇਸਰੀ ਝੰਡਾ, ਜਿਸ ਝੰਡੇ ਨੇ ਇੱਥੇ ਫਤਿਹਗੜ੍ਹ ਸਾਹਿਬ 'ਚ ਪਹਿਲਾ ਖਾਲਸਾ ਰਾਜ ਬਣਾਇਆ ਹੋਏ, ਜੀ ਜਿਸ ਨੇ ਜ਼ਿਮੀਂਦਾਰਾਂ ਨੂੰ ਆਹ ਜਿਹੜੀ ਮੈਂ ਜ਼ਮੀਨਾਂ ਵਾਹ ਰਿਹਾ ਇਹਦਾ ਵਾਹਣ ਦਾ ਹੱਕ ਇਹੀ ਜ਼ਮੀਨ ਤੇ ਜੀ। ਮੈਨੂੰ ਦਿਵਾਇਆ ਹੋਏ, ਜੀ ਅੱਜ ਉਸ ਝੰਡੇ ਤੇ ਤੁਹਾਨੂੰ ਨਫ਼ਰਤ ਆਉਂਦੀ ਹੈ ਦੇਸ਼ ਨੂੰ? ਜੀ ਵੀਰ ਜੀ, ਤੁਸੀਂ ਸਾਨੂੰ ਗਵਾ ਲਓਗੇ, ਅਸੀਂ ਝੰਡਾ ਨਹੀਂ ਛੱਡਣਾ। ਜੇ ਤੁਹਾਨੂੰ ਸਾਡੇ ਝੰਡੇ ਦੇ ਵਿੱਚ ਕੋਈ ਨਫ਼ਰਤ ਦਿੰਦੀ ਹੈ, ਅਸੀਂ ਝੰਡੇ ਮਗਰ ਖੜਾਂਗੇ, ਅਸੀਂ ਤੁਹਾਡੇ ਮਗਰ ਨਹੀਂ ਖੜਨਾ ਹੈਗਾ। ਜੀ। ਅਸੀਂ ਕਦੀ ਨਹੀਂ ਪਿੱਛੇ ਹਟਣਾ ਆਪਣੇ ਗੁਰੂ ਕੇ ਝੰਡਿਆਂ ਨੇ, ਜਿਨ੍ਹਾਂ ਨੇ ਸਾਨੂੰ ਜਾਤ ਪਾਤ ਚੋਂ ਕੱਢਿਆ, ਜਿਨ੍ਹਾਂ ਨੇ ਸਾਨੂੰ ਹਿਊਮੈਨਿਟੀ ਸਿਖਾਈ, ਜਿਨ੍ਹਾਂ ਨੇ ਹਿਊਮਨ ਰਾਈਟ ਸਾਨੂੰ ਦੱਸੇ। ਅਸੀਂ ਕਦੀ ਨਹੀਂ, ਮੋਦੀ ਤੂੰ ਆਹ ਸੁਣ ਲੈ, ਅਸੀਂ ਇਹ ਝੰਡੇ ਤੋਂ ਪਿੱਛੇ ਕਦੀ ਨਹੀਂ ਹਟਾਂਗੇ। ਸੋ ਜਥੇਬੰਦੀਆਂ ਵੀ ਜਿਹੜੀਆਂ ਬਲੇਮ ਕਰ ਰਹੀਆਂ ਲਗਾਤਾਰ ਕੇਸਰੀ ਝੰਡੇ ਨੂੰ ਲੈ ਕੇ, ਉਹਨਾਂ ਨੇ ਵੀ ਕਿਹਾ ਵੀ ਇਹ ਖਾਲਿਸਤਾਨ ਦਾ ਝੰਡਾ ਹੈ, ਜਾਂ ਮੰਨ ਲਓ ਪਿੱਛੇ ਜੇ ਉਗਰਾਹਾਂ ਹੋਰਾਂ ਨੇ ਵੀ ਬਿਆਨ ਦਿੱਤਾ ਵੀ ਜੇ ਖਾਲਿਸਤਾਨ ਬਣ ਗਿਆ ਤਾਂ ਇਹ ਸਾਡਾ ਹਸ਼ਰ ਕੀ ਕਰਨਗੇ। ਖਾਲਿਸਤਾਨ ਦੇ ਨਾਮ ਤੇ ਉਹਨਾਂ ਨੇ ਬੜਾ ਤਕੜਾ ਬਿਆਨ। ਮੇਰਾ ਖਿਆਲ ਹੈ ਉਗਰਾਹਾਂ ਸਾਹਿਬ ਨੂੰ ਇਹ ਕਾਨੂੰਨ ਬਿੱਲਸ ਦੇ ਉੱਤੇ ਜ਼ਿਆਦਾ ਗੌਰ ਕਰਕੇ ਇਹਦੀ ਲੜਾਈ ਲੜਨੀ ਚਾਹੀਦੀ ਹੈ। ਜੀ ਉਗਰਾਹਾਂ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ, ਸਾਡੇ ਪ੍ਰਧਾਨ ਨੇ ਜਦ ਟਰਾਈਡੈਂਟ ਮਿਲ ਦੇ ਵਿੱਚ ਫਾਇਰਿੰਗ ਹੋਈ ਸੀ, ਜੀ ਤੁਹਾਡੇ ਨਾਲ ਖੜ ਕੇ ਜੀ ਗੋਲੀਆਂ ਦਾ ਸਾਹਮਣਾ ਕੀਤਾ, ਜੀ ਤੇ ਤੁਸੀਂ ਕਿਸਾਨੀਅਤ ਦੇ ਉੱਤੇ ਮੁੱਦਾ ਧਰ ਕੇ ਜੀ ਉਹਦੇ ਉੱਤੇ ਹੀ ਉਚਰੋ। ਜੀ ਜੇ ਤੁਹਾਡੇ ਤੋਂ ਬੋਝ ਨਹੀਂ ਚੱਕਿਆ ਜਾਂਦਾ ਹੈਗਾ ਹੋਰ ਗੱਲਾਂ ਦਾ, ਉਹਨਾਂ ਨੂੰ ਰਹਿਣ ਦਿਓ। ਜੀ ਸੋ ਬਾਈ ਜੀ, ਜਾਂਦੇ ਜਾਂਦੇ ਕੋਈ ਸੰਗਤ ਨੂੰ ਸੰਦੇਸ਼, ਕੋਈ ਕਿਸਾਨ ਲੀਡਰਾਂ ਨੂੰ ਕੋਈ ਅਪੀਲ ਤੁਹਾਡੀ? ਦੇਖੋ, ਮੈਂ ਤਾਂ ਇਹੀ ਕਹੂੰਗਾ, ਜੀ ਇਹ ਕੌਮ ਹੈ ਜਿਹੜੀ ਜਮਾਂ ਖਤਮ ਹੋ ਗਈ ਸੀ। ਕਹਿੰਦੇ ਸੀਗੇ ਜੀ ਕਿ ਸਿੱਖ ਖਤਮ ਹੋ ਗਏ, ਬਾਬਾ ਬੰਦਾ ਸਿੰਘ ਬਹਾਦਰ ਬਾਅਦ, ਉਹਦੇ ਬਾਅਦ ਭਗੇਲ ਸਿੰਘ ਆ ਗਿਆ, ਮਹਾਰਾਜਾ ਰਣਜੀਤ ਸਿੰਘ ਆ ਗਏ, ਸਿੰਘ ਸਭਾ ਲਹਿਰ ਨੇ ਆਪਣਾ ਝੰਡਾ ਫੇਰ ਬੁਲੰਦ ਕਰਤਾ। ਦਸਮ ਪਾਤਸ਼ਾਹ ਨੇ ਇੱਥੇ 2 ਸਪੂਤ ਗਵਾ ਕੇ, ਮਾਤਾ ਜੀ ਗਵਾ ਕੇ, ਚਮਕੌਰ ਸਾਹਿਬ 'ਚ ਗਵਾ ਕੇ। ਜਦ ਲੋਕਾਂ ਨੇ ਪੁੱਛਿਆ ਤੁਸੀਂ ਨਿਰਾਸ਼ ਹੋ, ਕਹਿੰਦੇ ਮੈਂ ਨਿਰਾਸ਼ ਕਿਵੇਂ ਹੋ ਸਕਦਾ ਜਦ ਜੀਵਤ ਹੈ ਹਜ਼ਾਰੋਂ, ਅਸੀਂ ਬਹੁਤ ਹੈ, ਚੜ੍ਹਦੀ ਕਲਾ 'ਚ ਰਹੋ, ਜਿੱਤਾਂ ਸਾਨੂੰ ਆਉਣੀਆਂ ਹੀ ਆਉਣੀਆਂ, ਜੀ ਹਾਰ ਅਸੀਂ ਕਦੀ ਦੇਖੀ ਨਹੀਂ।
ਫੱਟੇ ਚੱਕੋ, ਚੜ੍ਹਦੀ ਕਲਾ 'ਚ ਰਹੋ ਤੇ ਆਪਾਂ ਅੱਗੇ ਜਿੱਤ ਵੱਲ ਵਧਾਂਗੇ। ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਇਮਾਨ ਸਿੰਘ ਜੀ ਮਾਨ, ਜਿਨ੍ਹਾਂ ਦੀ ਤੁਸੀਂ ਗੱਲਬਾਤ ਸੁਣੀ ਹੈ। ਸੋ ਕੈਮਰਾਮੈਨ ਮਨਪ੍ਰੀਤ ਸਿੰਘ ਦੇ ਨਾਲ ਰਾਜਵੀਰ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ।